ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਦੋਹਰਾ ਸੁਨ ਕੇ ਫਿਰਿਓ ਨਕੀਬ ਤਬ। ਸਿੱਖ ਸੰਗਤ ਕੇ ਮਾਹੇ। ਆਰਾਏ ਜੋਧ ਕੋ ਸੁਧ ਦਈ। ਅਪਰ ਸਭਨ ਕੇ ਪਾਹੇ। ਸੁਨ ਕੇ ਫਿਰਿਓ ਨਕੀਬ ਤਬ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਯਾਮੀ ਸੁਖ ਨਿਧਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੱਜ ਕੇ ਗੁਰਬਾਣੀ ਜੀ ਦੇ ਰਸ ਪੀਨੇ ਕੀਰਤਨ ਸਰਵਣ ਕਰ ਰਹੇ ਹੋ। ਆਓ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਹਾਨ ਪਾਵਨ ਪਵਿੱਤਰ ਕਥਾ ਆਪ ਜੀ ਸੰਗਤ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸਤ ਸੰਗਤ ਜੀ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਧੀਰਮਲ ਜੀ ਨੂੰ ਪੁੱਛਦੇ ਹਨ ਵੀ ਰਾਜੀ ਖੁਸ਼ੀ ਹੋ। ਅਤੇ ਬਾਬਾ ਧੀਰਮਲ ਜੀ ਅੱਗੋਂ ਚਤੁਰਾਈ ਭਰੀਆਂ ਗੱਲਾਂ ਕਰਦੇ ਹਨ। ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠੇ ਹਨ ਪਰ ਬੈਠਿਆਂ ਦੇ ਮਨ ਵਿੱਚ ਵੀ ਹਉਮੈ ਹੈ ਕਿ ਗੁਰਤਾ ਗੱਦੀ ਦਾ ਮਾਲਕ ਮੈਂ ਬਣਨਾ ਹੈ। ਫਿਰ ਮਹਾਰਾਜ ਗਰੀਬ ਨਵਾਜ ਜੀ 3 ਦਿਨਾਂ ਵਾਸਤੇ ਗੁਪਤ ਹੋਏ ਹੈ। ਮਹਾਰਾਜ ਕਹਿਣ ਲੱਗੇ ਅਸੀਂ 3 ਦਿਨ ਵਾਸਤੇ ਕਿਸੇ ਨਾਲ ਨਹੀਂ ਮਿਲਣਾ। ਸੰਗਤਾਂ ਆਪਸ ਵਿੱਚ ਭਜਨ ਬੰਦਗੀ ਸੇਵਾ ਸਿਮਰਨ ਕਰੋ। ਅਤੇ ਸਾਧ ਸੰਗਤ ਜੀ ਫਿਰ ਉਹਨਾਂ ਦਿਨਾਂ ਦੇ ਵਿੱਚ ਬਾਬਾ ਧੀਰਮਲ ਜੀ ਕਿਵੇਂ ਫਿਰ
ਗੁਰੂ ਬਣਨ ਦਾ ਢੋਂਗ ਰਚਾਉਂਦੇ ਹਨ। ਉਹ ਕਥਾ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ। ਆਪੇ ਹੀ ਚੰਦੋਆ ਲਵਾ ਲਿਆ, ਗੱਦੀ ਲਵਾ ਲਈ, ਚੌਰ ਲੈ ਲਿਆ ਤੇ ਨਾਲ ਕੁਝ ਸੇਵਕ ਨਾਲ ਰਲਾ ਲਏ, ਮਸੰਦ ਨਾਲ ਰਲਾ ਲਏ, ਤਖਤ ਉੱਤੇ ਬੈਠ ਗਏ ਗੱਦੀ ਬਣਾ ਕੇ। ਲੱਖਾਂ ਲੋਕ ਉੱਥੇ ਇਕੱਠੇ ਸਨ। ਸਾਰੇ ਹੀ ਧੀਰਮਲ ਜੀ ਨੂੰ ਗੁਰੂ ਕਹਿਣ ਲੱਗ ਪਏ। ਸਿਆਣੇ ਸਿੱਖ ਨਹੀਂ ਸੀ ਕਹਿੰਦੇ, ਅਣਜਾਣ ਸਿੱਖ ਕਹਿੰਦੇ ਸੀਗੇ। ਸਿਆਣੇ ਸਿੱਖਾਂ ਨੇ ਗੁਰੂ ਸਾਹਿਬ ਤੱਕ ਪਹੁੰਚ ਕੀਤੀ ਕਿ ਮਹਾਰਾਜ ਧੀਰਮਲ ਗੁਰੂ ਬਣਿਆ ਬੈਠਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਵੀ ਇਹਨੂੰ ਕੀਰਤਪੁਰ ਤੋਂ ਬਾਹਰ ਕੱਢ ਦਿਓ, ਇਹਦੀ ਗੱਦੀ ਸਭ ਕੁਝ ਤੋੜ ਦਿਓ, ਪੁੱਟ ਦਿਓ ਇੱਥੋਂ। ਸੋ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਬਾਬੇ ਧੀਰਮਲ ਦੇ ਜਿੰਨੇ ਸੇਵਕ ਸਨ ਸਾਰਿਆਂ ਨੂੰ ਕੁੱਟ ਪੈ ਗਈ। ਚੌਰ ਭਵਾ ਕੇ ਮਾਰਿਆ, ਸਿਰਹਾਣਾ ਭਵਾ ਕੇ ਮਾਰਿਆ। ਚੰਦੋਆ ਗੁਰੂ ਦੇ ਸਿੱਖਾਂ ਨੇ ਲਾਹ ਦਿੱਤਾ ਤੇ ਸਮਝਾ ਦਿੱਤਾ ਬਾਬੇ ਧੀਰਮਲ ਨੂੰ ਵੀ ਇੱਥੋਂ ਚਲੇ ਜਾ, ਨਹੀਂ ਤੇ ਫਿਰ ਸਾਨੂੰ ਦੂਜਾ ਤਰੀਕਾ ਵਰਤਣਾ ਪਏਗਾ। ਇਹ ਕੁਝ ਕਰਨਾ ਵੀ ਬੜਾ ਜ਼ਰੂਰੀ ਸੀਗਾ। ਜੇ ਗੁਰੂ ਹਰਗੋਬਿੰਦ ਸਾਹਿਬ ਐਸਾ ਨਾ ਕਰਦੇ ਤੇ ਸਾਧ ਸੰਗਤ ਜੀ, ਮਹਾਰਾਜ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਤਿਆਗਣ ਤੋਂ ਪਿੱਛੋਂ ਵੀ ਬਾਬੇ ਧੀਰਮਲ ਨੇ ਗੱਦੀ ਲਾਉਣੀ ਨਹੀਂ ਸੀ ਹਟਣੀ। ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਹਰਰਾਏ ਸਾਹਿਬ ਜੀ ਦੇ ਬਰਾਬਰ ਗੱਦੀ ਲਵਾਉਣੀ ਸੀਗੀ ਬਾਬੇ ਧੀਰਮਲ ਨੇ ਆਪਣੀ। ਇਹ ਬਾਅਦ 'ਚ ਨਹੀਂ ਲੱਗੀ ਕਿਉਂਕਿ ਮਹਾਰਾਜ ਆਪਣੇ ਹੁੰਦਿਆਂ ਹੀ ਉਹਦੀ ਗੱਦੀ ਪਟਾ ਦਿੱਤੀ ਉੱਥੋਂ ਜੀ। ਵੇਖੋ ਬਾਬਾ ਧੀਰਮਲ ਇਹ ਕਹਿੰਦੇ ਸੀ ਕਿ ਮੈਂ ਮਹਾਰਾਜ ਦੇ ਹੁੰਦਿਆਂ ਹੀ ਆਪਣੀ ਪੂਜਾ ਕਰਾ ਲਾਂ, ਬਾਅਦ ਵਿੱਚ ਵੀ ਮੇਰੀ ਪੂਜਾ ਪੱਕੀ ਰਹੇਗੀ। ਤੇ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਹੀ ਫਿਰ ਉਹਦੀ ਗੱਦੀ ਪੁੱਟ ਦਿੱਤੀ ਵੀ ਬਾਅਦ ਵਿੱਚ ਵੀ ਇਹਦੀ ਗੱਦੀ ਨਹੀਂ ਰਹੇਗੀ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾ ਹੈ। ਸੰਗਤ ਜੀ, ਮਹਾਰਾਜ ਨੇ ਆਪਣੇ ਪਰਿਵਾਰ ਵਿੱਚ ਸਭ ਕੁਝ ਵਰਤਾ ਕੇ ਦੱਸਿਆ। ਮੈਂ ਬਾਰ-ਬਾਰ ਤਾਂ ਬੇਨਤੀ ਕਰਦਾ, ਬਹੁਤ ਵਾਰੀ ਨਾ ਇਹ ਕਥਾ ਸੁਣਦਿਆਂ ਬੰਦੇ ਦੇ ਅੰਦਰ ਸ਼ੰਕਾ ਪੈਦਾ ਹੋ ਜਾਂਦਾ ਹੈ ਵੀ ਸ਼ਾਇਦ ਅਸੀਂ ਕੀ ਕਰੀਏ, ਵੀ ਇਹ ਤਾਂ ਗੁਰੂ ਸਾਹਿਬ ਦੇ ਪੁੱਤਰ ਹੀ ਇਸ ਤਰ੍ਹਾਂ ਕਰਦੇ ਆ। ਨਹੀਂ, ਮਹਾਰਾਜ ਆਪਣੇ ਪਰਿਵਾਰ ਵਿੱਚ ਸਭ ਕੁਝ ਵਰਤਾ ਕੇ ਦੱਸਿਆ ਵੀ ਮਾਹੌਲ ਕਿਸੇ ਤਰ੍ਹਾਂ ਦਾ ਵੀ ਬਣ ਸਕਦਾ, ਪਰ ਸਿੱਖ ਨੇ ਸੱਚੇ ਗੁਰੂ ਦੀ ਸ਼ਰਨ ਨਹੀਂ ਛੱਡਣੀ। ਆਖੋ ਵਾਹਿਗੁਰੂ। ਸਤਿਗੁਰੂ ਜੀ ਦੇ ਚਰਨ ਨਹੀਂ ਛੱਡਣੇ, ਗੁਰੂ ਜੀ ਦੀ ਸ਼ਰਨ ਨਹੀਂ ਛੱਡਣੀ। ਜਦੋਂ ਸਿੱਖ ਗੁਰੂ ਜੀ ਦੇ ਚਰਨ ਨਹੀਂ ਛੱਡਦਾ, ਅਰਦਾਸਾਂ ਕਰਦਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੋ, ਆਪ ਹਾਥ ਦੇ ਮੋਹੇ ਬਚਾਵਹੋ। ਤੇ ਫਿਰ ਗੁਰੂ ਸਾਹਿਬ ਉਹਦੀ ਰੱਖਿਆ ਕਰਦੇ ਆ। ਇਹ ਸੰਸਾਰ ਹੈ, ਸੰਸਾਰ ਵਿੱਚ ਜੇ ਅਸਲ ਹੈ ਨਾ ਤੇ ਨਕਲ ਵੀ ਨਾਲ ਹੀ ਹੈਗੀ ਹੈ ਜੀ। ਹਰ ਅਸਲ ਚੀਜ਼ ਦੀ ਨਕਲ ਵੀ ਬਣੀ ਹੋਈ ਹੈ, ਹਰ ਅਸਲ ਚੀਜ਼ ਦੀ ਨਕਲ ਬਣੀ ਹੋਈ ਹੈ। ਦਵਾਈਆਂ ਨਕਲੀਆਂ ਵੀ ਬਣੀਆਂ ਹਨ। ਬਸਤਰ ਜਿਹੜੇ ਆ, ਕੱਪੜੇ ਅਸੀਂ ਪਾਉਂਦੇ ਆ, ਵਧੀਆ ਕੰਪਨੀ ਵਧੀਆ ਮਿੱਲ ਦੇ ਹੁੰਦੇ ਆ ਤੇ ਨਕਲੀ ਵੀ ਉਹੋ ਜਿਹੇ ਬਣ ਜਾਂਦੇ ਆ ਜਿਹੜੇ ਥੋੜ੍ਹਾ ਸਮਾਂ ਹੰਡਦੇ ਆ। ਸੋ ਨਕਲ ਵੀ ਬਣੀ ਹੁੰਦੀ ਹੈ। ਅਸੀਂ ਨਕਲ ਤੋਂ ਟੁੱਟ ਕੇ ਅਸਲ ਦੇ ਨਾਲ ਜੁੜਨਾ ਹੈ ਤੇ ਅਸਲ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਆਖੋ ਵਾਹਿਗੁਰੂ। ਬੰਦੇ ਵਿੱਚ 100 ਕਮੀਆਂ ਹੁੰਦੀਆਂ ਹਨ, ਮਨੁੱਖ ਵਿੱਚ ਬੜੀਆਂ ਹੀ ਕਮੀਆਂ ਹੁੰਦੀਆਂ ਹਨ। ਬੰਦਾ ਗਲਤੀਆਂ ਦਾ ਪੁਤਲਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਲਤੀਆਂ ਦੇ ਪੁਤਲੇ ਨਹੀਂ ਹਨ। ਮਹਾਰਾਜ ਤਾਂ ਬਖਸ਼ਿਸ਼ਾਂ ਦੇ ਭੰਡਾਰੇ ਵਰਤਾਉਣ ਵਾਲੇ ਹਨ। ਸੋ ਗੁਰੂ ਕਿਰਪਾ ਕਰੇ ਆਸੇ ਪਾਸਿਓਂ ਸਾਡਾ ਧਿਆਨ ਟੁੱਟ ਕੇ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਹੁਣ ਅੱਜ ਦਾ ਪ੍ਰਸੰਗ ਆਪਾਂ ਸਰਵਣ ਕਰਨਾ ਹੈ। 3 ਦਿਨਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਆਏ ਹੈ, ਹੋਲੀ ਦੇ ਦੀਵਾਨ ਸੱਜੇ ਹਨ। ਫਿਰ ਮਹਾਰਾਜ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਵੀ ਕੱਲ੍ਹ ਨੂੰ ਵਿਛਾਈ ਜ਼ਿਆਦਾ ਕਰਨੀ ਹੈ। ਜਿੰਨੀ ਵੀ ਸੰਗਤ ਆਈ ਹੈ, ਕੱਲ੍ਹ ਸਾਰੀ ਸੰਗਤ ਨੂੰ ਸਾਡੇ ਵੱਲੋਂ ਹੁਕਮ ਦੇ ਦਿਓ,
ਸਾਰੀ ਸੰਗਤ ਪੰਡਾਲ ਵਿੱਚ ਆ ਕੇ ਬੈਠੇ, ਸਾਰੀ ਸੰਗਤ ਗੁਰੂ ਘਰ ਵਿੱਚ ਆ ਕੇ ਬੈਠੇ। ਸੋ ਹੁਣ ਇਹਦੇ ਤੋਂ ਅੱਗੇ ਕਥਾ ਪ੍ਰਸੰਗ ਸਰਵਣ ਕਰੋ। ਗੱਜ ਕੇ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣ ਕੇ ਫਿਰਿਓ ਨਕੀਬ ਤਬ, ਸਿੱਖ ਸੰਗਤ ਕੇ ਮਾਹੇ। ਇਹ ਸੁਣ ਕੇ ਨਕੀਬ ਆਵਾਜ਼ ਦੇਣ ਵਾਲਾ ਸਿੱਖ ਉਹ ਸਾਰੀ ਸੰਗਤ ਵਿੱਚ ਫਿਰਿਆ, ਸਾਰੀ ਸੰਗਤ ਵਿੱਚ ਗਿਆ। ਰਾਏ ਜੋਧ ਕੋ ਸੁਧ ਦਈ। ਰਾਏ ਜੋਧ ਨੂੰ ਵੀ ਖਬਰ ਦਿੱਤੀ ਕਿ ਮਹਾਰਾਜ ਨੇ ਹੁਕਮ ਕੀਤਾ ਕਿ ਭਾਈ ਬੜਾ ਵੱਡਾ ਦਰਬਾਰ ਲੱਗ ਰਿਹਾ ਤੇ ਸਾਰੇ ਹਾਜ਼ਰ ਹੋਵੋ। ਅਪਰ ਸਬਨ ਕੇ ਪਾਹੇ। ਹੋਰ ਬਾਕੀ ਲੱਖਾਂ ਜਿੰਨੀਆਂ ਸੰਗਤਾਂ ਆਈਆਂ ਸਨ ਨਾ, ਸਾਰੀਆਂ ਸੰਗਤਾਂ ਵਿੱਚ ਖਬਰ ਪਹੁੰਚ ਗਈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ, ਸਾਰੀ ਸੰਗਤ ਦਰਬਾਰ ਵਿੱਚ ਹਾਜ਼ਰ ਹੋਵੋ। ਚੌਪਈ ਆਜ ਲਗਹਿ ਗੁਰ ਕੋ ਦਰਬਾਰ। ਭਾਈ ਅੱਜ ਮਹਾਰਾਜ ਜੀ ਦਾ ਬਹੁਤ ਵੱਡਾ ਦਰਬਾਰ ਲੱਗੇਗਾ, ਅੱਜ ਸਤਿਗੁਰੂ ਜੀ ਦਾ ਦੀਵਾਨ ਲੱਗੇਗਾ। ਸਗਰੇ ਆਵੋ ਸਭਾ ਮਝਾਰ। ਹਰ ਸਿੱਖ ਨੂੰ ਮਹਾਰਾਜ ਦਾ ਹੁਕਮ ਸੀ, ਹਰ ਸਿੱਖ ਗੁਰੂ ਘਰ ਵਿੱਚ ਆਵੇ, ਹਰ ਸਿੱਖ ਦਰਬਾਰ ਦੀ ਆ ਕੇ ਹਾਜ਼ਰੀ ਭਰੇ। ਸਾਧ ਸੰਗਤ ਜੀ ਵੈਸੇ ਵੀ ਜਦੋਂ ਮਹਾਰਾਜ ਦਾ ਦੀਵਾਨ ਲੱਗਾ ਹੋਵੇ ਨਾ, ਤੇ ਚਾਹੀਦਾ ਹੈ ਵੀ ਸਾਰੇ ਮਹਾਰਾਜ ਦੇ ਦਰਬਾਰ ਵਿੱਚ ਆਉਣ। ਸੋ ਮਹਾਰਾਜ ਦਾ ਹੁਕਮ ਹੋਇਆ, ਭਾਈ ਸਾਰੇ ਆਵੋ। ਰਾਓ ਰੰਕ ਸੰਗਤ ਕੇ ਸਾਰੇ। ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ, ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਗੁਰੂ ਦਰਬਾਰ ਵਿੱਚ ਆਵੋ। ਆਏ ਲਹਿ ਦਰਸ਼ਨ ਸੁਖ ਸਾਰੇ। ਸੋ ਸਾਰੀਆਂ ਸੰਗਤਾਂ ਆ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ। ਕੀਰਤਪੁਰ ਕੇ ਚਹੁ ਦਿਸ਼ ਡੇਰੇ। ਕੀਰਤਪੁਰ ਸਾਹਿਬ ਦੇ ਚਾਰੇ ਪਾਸੇ ਡੇਰੇ ਸਨ ਜੀ, ਭਾਵ ਲੋਕਾਂ ਨੇ ਸੰਗਤਾਂ ਨੇ ਆਪੋ ਆਪਣੇ ਤੰਬੂ ਲਾਏ ਹੋਏ ਸਨ ਜੀ। ਹਾਂਜੀ, ਗਨ ਮਸੰਦ ਜੁਤ ਸਿੱਖਣ ਕੇਰੇ। ਫੇ ਬਹੁਤ ਸਾਰੇ ਮਸੰਦ ਸਨ, ਉਹਨਾਂ ਮਸੰਦਾਂ ਦੇ ਨਾਲ ਸੰਗਤਾਂ ਬਹੁਤ ਆਈਆਂ ਹੋਈਆਂ ਸਨ। ਸਭ ਹਿਨ ਕੋ ਸੁਧ ਕਹੀ ਪੁਕਾਰ। ਗੁਰੂ ਕੇ ਸਿੱਖ ਬੜੇ ਜ਼ਿੰਮੇਵਾਰ ਹਨ। ਕੱਲੇ ਕੱਲੇ ਸਿੱਖ ਨੂੰ ਖਬਰ ਪਹੁੰਚਾ ਦਿੱਤੀ ਵੀ ਤੁਸੀਂ ਮਹਾਰਾਜ ਦੇ ਦਰਬਾਰ ਵਿੱਚ ਆਉਣਾ। ਗੈਰ ਜ਼ਿੰਮੇਦਾਰੀ ਨਹੀਂ ਕੀਤੀ ਸਿੱਖਾਂ ਨੇ, ਮਹਾਰਾਜ ਦਾ ਹੁਕਮ ਹੈ। ਬੜੀ ਜ਼ਿੰਮੇਵਾਰੀ ਦੇ ਨਾਲ ਕੱਲੇ ਕੱਲੇ ਸਿੱਖ ਨੂੰ ਖਬਰ ਦਿੱਤੀ। ਸੁਨ ਪਹੁੰਚੋ ਗੁਰ ਕੇ ਦਰਬਾਰ। ਵੀ ਭਾਈ ਖਬਰ ਸੁਣ ਕੇ ਗੁਰੂ ਦੇ ਦਰਬਾਰ ਵਿੱਚ ਆਉਣਾ ਕਰੋ। ਬੀਚ ਬਾਜ਼ਾਰ ਸਥੰਡਲ ਚਾਰ। ਸੋ ਖੁੱਲੀ ਥਾਂ ਤੇ ਟੈਂਟ ਲੱਗਾ ਜੀ, ਸਥੰਡਲ ਭਾਵ ਟੈਂਟ ਲੱਗਾ, ਚਾਨਣੀਆਂ ਲੱਗੀਆਂ, ਕਨਾਤਾਂ ਲੱਗੀਆਂ। ਉਪਰ ਫਰਸ਼ ਭਇਓ ਦਿਸ਼ ਚਾਰ। ਫਿਰ ਬਹੁਤ ਸੋਹਣਾ ਫਰਸ਼ ਕੀਤਾ, ਭਾਵ ਵਿਛਾਈ ਕੀਤੀ ਜੀ ਉੱਥੇ ਜੀ। ਹਾਂਜੀ, ਸੇਤ ਚਾਂਦਨੀ ਕਰੀ ਲਗਾਵਨ। ਤੇ ਗਰੀਬ ਨਵਾਜ ਮਹਾਰਾਜ ਜੀ ਨੇ ਬੈਠਣਾ ਹੈ। ਗੁਰੂ ਜੀ ਦੇ ਬੈਠਣ ਵਾਸਤੇ ਚਿੱਟੇ ਰੰਗ ਦਾ ਚੰਦੋਆ ਲਾਇਆ ਗਿਆ ਜੀ, ਬਹੁਤ ਸੋਹਣਾ ਚਿੱਟੇ ਰੰਗ ਦਾ ਚੰਦੋਆ ਸਭ ਸਜਾਇਆ ਗਿਆ। ਤਨਿਓ ਬਿਤਾਨ ਮਹਾਨ ਸੁਹਾਵਨ। ਔਰ ਚੰਦੋਆ ਸਭ ਬੜਾ ਖਿੱਚ ਕੇ ਬੰਨਿਆ ਜੀ, ਬੜੀ ਦੂਰ ਦੂਰ ਤੱਕ ਕਥਾ ਜਾ ਰਹੀ ਹੈ। ਸਾਰਿਆਂ ਨੂੰ ਬੇਨਤੀ ਭਾਈ ਪਿਆਰਿਓ, ਜਦੋਂ ਮਹਾਰਾਜ ਦਾ ਚੰਦੋਆ ਸਾਹਿਬ ਲਾਓ ਤੇ ਖਿੱਚ ਕੇ ਲੱਗਿਆ ਹੋਣਾ ਚਾਹੀਦਾ ਜੀ। ਹਾਂਜੀ, ਪਤਾ ਲੱਗੇ ਵੀ ਚੰਦੋਆ ਸਾਹਿਬ ਲੱਗਾ। ਉਹ ਕਈ ਥਾਵਾਂ ਤੇ ਬਹੁਤ ਢਿੱਲਾ ਹੀ ਲਾਇਆ ਹੁੰਦਾ ਜੀ ਉਹਨਾਂ ਨੇ ਜੀ। ਖਿੱਚ ਕੇ ਚੰਦੋਆ ਸਾਹਿਬ ਲੱਗਾ ਹੈ। ਝਾਲਰ ਜਰੀ ਝਲਕਤੀ ਝੂਲਤ। ਤੇ ਚੰਦੋਆ ਸਾਹਿਬ ਦੇ ਆਲੇ ਦੁਆਲੇ ਝਾਲਰ ਲਮਕਣ ਰਹੀ ਹੈ ਜੀ, ਐ ਝਾਲਰ ਝੁੱਲ ਰਹੀ ਹੈ, ਨਾਲ ਜਰੀ ਵਾਲੀ ਝਾਲਰ ਝੁੱਲ ਰਹੀ ਹੈ। ਬੜਾ ਵਧੀਆ ਮਾਹੌਲ ਬਣਾਇਆ ਜੀ, ਆਸਣ ਲਾਇਆ ਗੁਰੂ ਜੀ ਵਾਸਤੇ। ਵੇਖੋ ਇਹ ਤਿਆਰੀ ਹੈ ਜੀ, ਤੇ ਤਿਆਰੀ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਮਨ 'ਚ ਕਿੰਨਾ ਕੁ ਚਾਅ ਹੈਗਾ। ਆਖੋ ਵਾਹਿਗੁਰੂ ਵਾਹਿਗੁਰੂ।
ਇਹਨਾਂ ਦੇ ਮਨ 'ਚ ਕਿੰਨਾ ਕੁ ਚਾਅ ਹੈਗਾ ਗੁਰੂ ਸਾਹਿਬ ਦੇ ਪਰਥਾਏ। ਹਾਂਜੀ, ਕੁਸਮ ਜਰੀ ਕੇ ਜਥਾ ਪ੍ਰਫੁੱਲਤ। ਤੇ ਬੜੇ ਸੋਹਣੇ ਸਾਧ ਸੰਗਤ ਜੀ, ਜਿਵੇਂ ਜਰੀ ਦੇ ਕੱਪੜੇ ਸਨ, ਉਹਨਾਂ ਉੱਤੇ ਫੁੱਲ ਬਣਾਏ ਹੋਏ ਸਨ, ਉਹ ਕੱਪੜਾ ਪਿੱਛੇ ਲਾਇਆ ਗਿਆ ਜੀ ਮਹਾਰਾਜ ਜੀ ਦੇ। ਹਾਂਜੀ, ਰੇਸ਼ਮ ਡੋਰਨ ਤੇ ਬਹੁ ਤਨਿਓ। ਐ ਰੇਸ਼ਮ ਦੀਆਂ ਡੋਰਾਂ ਦੇ ਨਾਲ ਤਣ ਕੇ ਲਾਇਆ ਜੀ ਉਹਨੂੰ ਚੰਗੀ ਤਰ੍ਹਾਂ। ਬਹੁਤ ਮੋਲ ਕੋ ਸੁੰਦਰ ਬਨਿਓ। ਬੜਾ ਕੀਮਤੀ ਸੀਗਾ ਜੀ। ਵੱਡਾ ਤੇਰਾ ਦਰਬਾਰ, ਸੱਚਾ ਦੁੱਧ ਤਖਤ, ਤੇ ਗੁਰੂ ਸਾਹਿਬ ਬੜੇ ਵੱਡੇ ਆ, ਤੇ ਫਿਰ ਬਸਤਰ ਵੀ ਤੇ ਮਹਿੰਗੇ ਚਾਹੀਦੇ ਨਾ ਜੀ। ਬੜੇ ਵਧੀਆ ਬਸਤਰਾਂ ਦੀ ਵਿਛਾਈ ਕੀਤੀ ਗਈ ਜੀ। ਹਾਂਜੀ, ਭਇਓ ਤਿਆਰ ਸੁਧ ਜਬੈ ਸੁਨਾਈ। ਸੋ ਆਸਣ ਤਿਆਰ ਕੀਤਾ ਗਿਆ ਜੀ। ਵੱਡਾ ਤਖਤ ਲਾਇਆ, ਉਹਦੇ ਤੇ ਸੋਹਣੀ ਵਿਛਾਈ ਕੀਤੀ, ਪਿੱਛੇ ਸਰਾਣਾ ਰੱਖਿਆ, ਤੇ ਬਹੁਤ ਸੋਹਣਾ ਆਸਣ ਤਿਆਰ ਕੀਤਾ ਗਿਆ। ਤੇ ਗੁਰੂ ਦੇ ਸਿੱਖ ਨੇ 6ਵੇਂ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਸੰਗਤਾਂ ਆ ਚੁੱਕੀਆਂ ਹਨ, ਤੇ ਮਹਾਰਾਜ ਜੀ ਆਪ ਜੀ ਦੇ ਆਸਣ ਦੀ ਤਿਆਰੀ ਹੋ ਚੁੱਕੀ ਹੈ। ਹਾਂਜੀ, ਉਠ ਪ੍ਰਭ ਗਮਨ ਕਰਿਓ ਤਿਸ ਥਾਈ। ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਕੇ ਫਿਰ ਉਸ ਪਾਸੇ ਨੂੰ ਗਏ ਜੀ, ਜਿੱਥੇ ਪੰਡਾਲ ਸਜਾਇਆ ਨਾ ਜੀ। ਹਾਂਜੀ, ਸ਼੍ਰੀ ਹਰਿ ਰਾਏ ਸੰਗ ਨਿਜ ਲੀਨ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਆਪਣੇ ਪੋਤਰੇ ਨੂੰ ਨਾਲ ਲਿਆ ਜੀ ਮਹਾਰਾਜ ਨੇ। ਹਾਂਜੀ, ਮ੍ਰਿਦਲ ਸਰੂਪ ਸੋ ਬੈਸ ਨਵੀਨ। ਤੇ ਸਰੀਰ ਕੋਮਲ ਹੈਗਾ ਜੀ, ਨਵੀਂ ਉਮਰ ਹੈਗੀ ਹੈ, ਤੇ ਮਿੱਠਾ ਸੁਭਾਅ ਹੈਗਾ ਜੀ। ਹਾਂਜੀ, ਸੂਰਜ ਮਲ ਸ਼੍ਰੀ ਤੇਗ ਬਹਾਦਰ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਸੂਰਜ ਮਲ ਸਾਹਿਬ ਜੀ, ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਉਹ ਸਾਹਿਬਜ਼ਾਦਾ ਜੀ ਦੇ ਰੂਪ ਚ ਵਿਚਰ ਰਹੇ ਹਨ। ਕਰੇ ਹਕਾਰਨ ਤਿਠਾ ਸਾਧ। ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਵੀ ਉੱਥੇ ਸੱਦਿਆ ਜੀ, ਵੀ ਪੁੱਤਰ ਸਾਡੇ ਘਰ ਨਹੀਂ ਰਹਿਣਗੇ, ਸਾਡੇ ਪੁੱਤਰ ਵੀ ਸੰਗਤ ਵਿੱਚ ਆ ਕੇ ਬੈਠਣ। ਅਣੀ ਰਾਏ ਜੁਤ ਸਭ ਚੱਲ ਆਏ। ਸੋ ਬਾਬਾ ਅਣੀ ਰਾਏ ਜੀ, ਬਾਬਾ ਅਣੀ ਰਾਏ ਜੀ ਬੜੇ ਮਸਤ ਸੁਭਾਅ ਦੇ ਸਨ ਜੀ। ਬਾਬਾ ਅਣੀ ਰਾਏ ਜੀ ਵੀ ਚੱਲ ਕੇ ਆਏ ਜੀ। ਬਾਬਾ ਅਣੀ ਰਾਏ ਜੀ ਕੋਈ ਸਧਾਰਨ ਪੁਰਸ਼ ਨਹੀਂ ਹਨ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਪੁੱਤਰ ਨੇ ਬਾਬਾ ਅਣੀ ਰਾਏ ਜੀ। ਬਾਬਾ ਅਣੀ ਰਾਏ ਜੀ ਉੱਥੇ ਚੱਲ ਕੇ ਆਏ ਜੀ। ਨਿਜ ਨਿਜ ਦਾਸ ਸੰਗ ਸਮੁਦਾਏ। ਬਾਬਾ ਸੂਰਜਮਲ ਜੀ ਦੇ ਨਾਲ ਕੁਝ ਸੇਵਕ ਆਏ, ਕੁਝ ਸੇਵਕ ਤੇਗ ਬਹਾਦਰ ਸਾਹਿਬ ਜੀ ਨਾਲ ਆਏ, ਕੁਝ ਬਾਬਾ ਅਣੀ ਰਾਏ ਜੀ ਦੇ ਨਾਲ ਆਏ ਜੀ। ਹਾਂਜੀ, ਭਾਨਾ ਸਾਹਿਬ ਬ੍ਰਿਧ ਕੀ ਅੰਸ਼। ਧੰਨ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ। ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਭਾਨਾ ਜੀ ਵੀ ਉੱਥੇ ਆਏ ਜੀ। ਜੋ ਹੋਏ ਸਿੱਖੀ ਅਵਤੰਸ਼। ਜਿਹੜੇ ਬਾਬਾ ਬੁੱਢਾ ਜੀ ਸਿੱਖੀ ਚ ਸਿਰਮੌਰ ਹਨ, ਗੱਜ ਕੇ ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਸ਼ਬਦ ਧਿਆਨ ਨਾਲ ਸੁਣਿਓ, ਸਿੱਖੀ ਦੇ ਵਿੱਚ ਬਾਬਾ ਜੀ ਸਿਰਮੌਰ ਹਨ ਜੀ। ਹਾਂਜੀ, ਤੇ ਗੁਰੂ ਘਰ ਵਿੱਚ ਸਿਰਮੌਰ ਸਤਿਗੁਰੂ ਜੀ ਹਨ ਜੀ। ਸਿੱਖਾਂ ਦੇ ਵਿੱਚ ਬਾਬਾ ਜੀ ਪਹਿਲੇ ਨੰਬਰ ਤੇ ਹਨ, ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਦੇ ਪੁੱਤਰ ਬਾਬਾ ਭਾਨਾ ਜੀ ਵੀ ਆਏ ਦਰਬਾਰ ਵਿੱਚ। ਲੈ ਕਰ ਸਾਥ ਨਾਥ ਤਹਿ ਗਏ। ਸੱਚੇ ਪਾਤਸ਼ਾਹ ਪਹਿਲਾਂ ਹੀ ਬਾਬਾ ਭਾਨਾ ਜੀ ਨੂੰ ਆਪਣੇ ਨਾਲ ਲੈ ਕੇ ਗਏ ਜੀ। ਸੂਰਜਮਲ ਜੀ ਨੂੰ ਨਾਲ ਲਿਆ, ਤੇਗ ਬਹਾਦਰ ਜੀ ਨੂੰ ਨਾਲ ਲਿਆ, ਅਣੀ ਰਾਏ ਜੀ ਨੂੰ ਨਾਲ ਲਿਆ। ਹਾਂਜੀ, ਬੰਦਤ ਗਾਦੀ ਬੈਠਤ ਭਏ। ਤੇ ਆਪਣੇ ਪੋਤਰੇ ਹਰਿ ਰਾਏ ਸਾਹਿਬ ਜੀ ਦੀ ਉਂਗਲ ਫੜੀ ਹੋਈ ਹੈ ਜੀ। ਤੇ ਜਦੋਂ ਮਹਾਰਾਜ ਸਭਾ ਦੇ ਵਿੱਚ ਆਏ ਤੇ ਤਖਤ ਦੇ ਉੱਤੇ ਬੈਠਣ ਲੱਗੇ, ਸਭ ਸੰਗਤਾਂ ਉੱਠ ਕੇ ਖਲੋ ਗਈਆਂ ਜਦੋਂ ਸਤਿਗੁਰੂ ਜੀ ਆਏ ਜੀ। ਜਦੋਂ ਮਹਾਰਾਜ ਸਭਾ ਦੇ ਵਿੱਚ ਬੈਠਣ ਲੱਗੇ, ਤਖਤ ਦੇ ਉੱਤੇ ਬੈਠਣ ਲੱਗੇ, ਤੇ ਪਹਿਲਾਂ ਤਖਤ ਨੂੰ ਮੱਥਾ ਟੇਕਿਆ ਜੀ। ਕਿਉਂ? ਇਹ ਤਖਤ ਮਤ ਸਮਝੇ ਵੀ ਸ਼ਾਇਦ ਇੱਕ ਮੰਜਾ ਤੋਰੇ ਤੇ ਬਿਸਤਰਾ ਤੇ ਸਰਾਣਾ ਲੱਗਾ, ਇਹ ਗੱਦੀ ਗੁਰੂ ਨਾਨਕ ਸਾਹਿਬ ਜੀ ਦੀ ਹੈਗੀ ਹੈ ਜੀ। ਸੋ ਉਸ ਗੱਦੀ ਨੂੰ ਮੱਥਾ ਟੇਕਿਆ ਮਹਾਰਾਜ ਜੀ ਨੇ। ਹਾਂਜੀ, ਚਮਰ ਚਾਰ ਚੰਚਲ ਚਤੁਰਾਈ। ਤੇ ਫਿਰ ਮਹਾਰਾਜ ਜਦੋਂ ਆਸਣ ਤੇ ਸੱਜੇ, ਤੇ ਚੌਰ ਸਾਹਿਬ ਕਰਨ ਵਾਲਾ ਸਿੱਖ ਉੱਚਾ ਚੌਰ ਸਾਹਿਬ ਕਰੇ ਜੀ। ਬੜੇ ਪ੍ਰੇਮ ਨਾਲ ਚੌਰ ਸਾਹਿਬ ਕਰੇ। ਢੋਰਤ ਹੰਸਨ ਸਮਤਾ ਪਾਈ। ਇਉਂ ਲੱਗੇ ਜਿਵੇਂ ਹੰਸੀ ਉਡਾਰੀਆਂ ਮਾਰ ਰਹੇ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ।
ਸੂਰਜ ਮੁਖੀ ਲੀਨ ਨਿਜ ਖਰੇ। ਗਰੀਬ ਨਵਾਜ ਮਹਾਰਾਜ ਜੀ ਦੇ ਆਸੇ ਪਾਸੇ ਨਾ ਦੋ ਪਾਸੇ ਸੂਰਜਮੁਖੀ ਪੱਖੇ ਹੁੰਦੇ ਸੀਗੇ ਜੀ, ਜਿਵੇਂ ਪੱਖੀਆਂ ਹੁੰਦੀਆਂ ਵੱਡੇ ਪੱਖੇ ਹੁੰਦੇ ਸੂਰਜਮੁਖੀ, ਉਹ ਲੈ ਕੇ ਖਲੋਤੇ ਸੀਗੇ ਜੀ ਸਿੱਖ ਜੀ। ਹਾਂਜੀ, ਜਨ ਸੂਰਜ ਦੂਸਰ ਬਿਦ ਕਰੇ। ਮਾਨੋ ਕਿ ਗੁਰੂ ਦਰਬਾਰ 'ਚ ਦੂਜਾ ਸੂਰਜ ਹੀ ਆ ਕੇ ਚੜ ਗਿਆ ਹੋਵੇ ਜੀ। ਹਾਂਜੀ, ਵੈਸੇ ਵੀ ਭਾਈ ਗੁਰਦਾਸ ਜੀ ਲਿਖਦੇ ਆ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਆਖੋ ਵਾਹਿਗੁਰੂ, ਧਿਆਨ ਨਾਲ ਸੁਣਿਓ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲਖ ਸਿਸਿਰ ਲਖ ਭਾਨ ਕਿਰਨ ਠਰੂਰ ਹੈ। ਲੱਖਾਂ ਸੂਰਜ ਤੇ ਲੱਖਾਂ ਸੂਰਜਾਂ ਦੀਆਂ ਕਿਰਨਾਂ ਇਕੱਠੀਆਂ ਹੋ ਜਾਣ ਤੇ ਉਸ ਥਾਂ ਦਾ ਮੁਕਾਬਲਾ ਨਹੀਂ ਜੇ ਕਰ ਸਕਦੀਆਂ ਜਿੱਥੇ ਗੁਰੂ ਦੀ ਸੰਗਤ ਬੈਠ ਕੇ ਨਾਮ ਜਪ ਰਹੀ ਹੈ ਜੀ। ਸੋ ਬਹੁਤ ਆਨੰਦ ਵਾਲਾ ਮਾਹੌਲ ਬਣਿਆ ਹੋਇਆ ਹੈ। ਹਾਂਜੀ, ਰਾਏ ਜੋਧ ਤਬ ਚੱਲ ਕਰ ਆਇਓ। ਫਿਰ ਰਾਏ ਜੋਧ ਦੀ ਚੱਲ ਕੇ ਆਏ ਮਹਾਰਾਜ ਦੇ ਦਰਬਾਰ ਵਿੱਚ ਸੱਚੇ ਪਾਤਸ਼ਾਹ ਜੀ ਦੇ। ਸੋ ਭਟ ਸਮੂਹਨ ਕੋ ਸੰਗ ਲਿਆਇਓ। ਬੜੇ ਸੂਰਬੀਰ ਰਾਏ ਜੋਧ ਦੇ ਨਾਲ ਹੈਗੇ ਆ ਜੀ, ਬਹੁਤ ਸੂਰਬੀਰ ਰਾਏ ਜੋਧ ਦੇ ਨਾਲ ਨਾਲ ਤੁਰ ਰਹੇ ਹਨ ਜੀ, ਕਿਉਂਕਿ ਰਾਜਾ ਨਾ ਜੀ ਰਾਏ ਜੋਧ। ਹਾਂਜੀ, ਚਰਨ ਸਰੋਜਨ ਕੋ ਕਰ ਨਮੋ। ਰਾਏ ਜੋਧ ਆਇਆ ਤੇ ਰਾਏ ਜੋਧ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਨਿਕਟ ਹੋਏ ਬੈਠਿਓ ਤਹਿ ਸਮੋ। ਤੇ ਗੁਰੂ ਸਾਹਿਬ ਨੇ ਲਾਗੇ ਬਿਠਾਉਣ ਵਾਸਤੇ ਥਾਂ ਦਿੱਤੀ ਜੀ ਉਹਨੂੰ ਜੀ। ਰਾਏ ਜੋਧ ਮਹਾਰਾਜ ਜੀ ਦੇ ਲਾਗੇ ਹੀ ਚਰਨਾਂ ਦੇ ਵਿੱਚ ਬੈਠ ਗਿਆ ਜੀ। ਹਾਂਜੀ, ਗੁਰ ਘਰ ਕੇ ਜੋ ਦਾਗਨ ਭਾਰੇ। ਦਾਸ ਨੇ ਉਦਣ ਵੀ ਬੇਨਤੀ ਕੀਤੀ, ਅਸੀਂ ਪਿੱਛੇ ਜੇ ਕਾਂਗੜਪੁਰ ਗਏ ਜੀ, ਜਿੱਥੇ ਰਾਏ ਜੋਧ ਦਾ ਘਰ ਹੈਗਾ ਜੀ। ਕਾਂਗੜਪੁਰ ਦਾ ਰਾਜਾ ਸੀ ਨਾ ਜੀ, ਤੇ ਰਾਏ ਜੋਧ ਨੂੰ ਬਾਬਾ ਜੋਧ ਸ਼ਾਹ ਕਹਿੰਦੇ ਜੀ ਉੱਥੇ ਸਾਰੇ ਜੀ। ਹਾਂਜੀ, ਬਾਬਾ ਜੋਧ ਜੀ ਕਹਿੰਦੇ ਜੀ, ਬਾਬਾ ਜੋਧ ਸ਼ਾਹ ਕਹਿੰਦੇ ਜੀ। ਰਾਏ ਜੋਧ ਆ ਕੇ ਬੈਠਾ, ਗੁਰ ਘਰ ਕੇ ਜੋਧਾ ਗਨ ਭਾਰੇ। ਮਹਾਰਾਜ ਦੇ ਜਿੰਨੇ ਸੂਰਮੇ ਸਿੱਖ ਸੀ, ਫੌਜ ਵੀ ਸੀ ਮਹਾਰਾਜ ਕੋਲ। ਮਹਾਰਾਜ ਨੇ ਕਿਹਾ ਵੀ ਫੌਜਾਂ ਵੀ ਇੱਥੇ ਸੱਦੋ ਸਾਰੀਆਂ। ਹਾਂਜੀ, ਸਭ ਚੱਲ ਆਏ ਆਯੁੱਧ ਧਾਰੇ। ਉਹਨਾਂ ਨੇ ਫਿਰ ਫੌਜਾਂ ਨੇ ਸ਼ਸਤਰ ਧਾਰਨ ਕੀਤੇ। ਕਿਸੇ ਨੇ ਨੇਜਾ ਫੜਿਆ, ਕਿਸੇ ਨੇ ਢਾਲ ਫੜੀ, ਕਿਸੇ ਨੇ ਬੰਦੂਕ ਫੜੀ ਹੈ, ਕਿਸੇ ਨੇ ਤਲਵਾਰ ਫੜੀ ਹੈ। ਉਹ ਵੀ ਆ ਕੇ ਸੰਗਤ ਵਿੱਚ ਬੈਠ ਗਏ ਜੀ। ਹਾਂਜੀ, ਜੋ ਜਿਸ ਦੇਸ਼ ਮਸੰਦ ਬਿਲੰਦ। ਤੇ ਫਿਰ ਤੁਸੀਂ ਸੁਣਿਆ ਉਜੈਨ ਤੋਂ, ਲਾਹੌਰ ਤੋਂ, ਮੁਲਤਾਨ ਤੋਂ, ਕਲਾਨੌਰ ਤੋਂ, ਪਿਸ਼ੌਰ ਤੋਂ, ਫਿਰ ਢਾਕੇ ਤੋਂ, ਬੰਗਾਲ ਤੋਂ, ਦਿੱਲੀ ਤੋਂ, ਲਾਹੌਰ ਤੋਂ, ਜਿੱਥੋਂ ਜਿੱਥੋਂ ਮਸੰਦ ਆਏ ਸੀਗੇ ਆਪਣੇ ਨਾਲ ਸੰਗਤਾਂ ਲੈ ਕੇ ਆਏ ਸਨ। ਸੰਗ ਸੰਗਤਾਂ ਲੈ ਕਰ ਬ੍ਰਿੰਦ। ਉਹ ਸਾਰੇ ਹੀ ਮਸੰਦ ਉੱਥੇ ਪਹੁੰਚ ਗਏ ਜੀ। ਤੇ ਸਾਰਿਆਂ ਨੂੰ ਮਹਿਸੂਸ ਹੁੰਦਾ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਵਿਸ਼ੇਸ਼ ਕੰਮ ਲਈ ਸੱਦਿਆ ਸਾਨੂੰ ਅੱਜ। ਹਾਂਜੀ, ਪਹੁੰਚਤ ਭੇ ਸਭ ਸਭਾ ਮਝਾਰੇ। ਸਾਰੇ ਸਭਾ ਦੇ ਵਿੱਚ ਪਹੁੰਚ ਗਏ ਜੀ, ਗੁਰੂ ਦਰਬਾਰ ਵਿੱਚ ਆ ਗਏ ਜੀ। ਸਾਰੇ ਕਰ ਕਰ ਨਮੋ ਸੋ ਦਰਸ਼ ਨਿਹਾਰੇ। ਸਾਰੇ ਨਮਸਕਾਰ ਕਰਨ, ਆਪਣੀ ਜਗ੍ਹਾ ਬਹਿ ਜਾਣ। ਆਖੋ ਵਾਹਿਗੁਰੂ। ਸੰਗਤ ਜੀ, ਬਹੁਤ ਕੁਝ ਸਿੱਖਣਾ ਪੈਂਦਾ ਜੀ। ਜਦੋਂ ਗੁਰੂ ਦਰਬਾਰ ਵਿੱਚ ਕਥਾ ਕੀਰਤਨ ਚੱਲ ਰਿਹਾ ਹੋਵੇ, ਤੁਸੀਂ ਤਾਂ ਬੜੇ ਸਿਆਣੇ ਹੋ, ਵੈਸੇ ਮੈਂ ਗੱਲ ਕਰ ਰਿਹਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਵੇ ਪ੍ਰੇਮੀ ਆਵੇ, ਨਮਸਕਾਰ ਕਰਕੇ ਆਪਣੀ ਥਾਂ ਤੇ ਬਹਿ ਜੇ ਜੀ। ਘੱਟ ਤੋਂ ਘੱਟ ਹਿਲ ਜੁਲ ਹੋਣੀ ਚਾਹੀਦੀ, ਘੱਟ ਤੋਂ ਘੱਟ ਜੀ, ਤਾਂ ਕਿ ਕਿਸੇ ਦੂਜੇ ਦੀ ਸੁਰਤ ਨਾ ਟੁੱਟੇ। ਪਹੁੰਚਤ ਭੇ ਸਭ ਸਭਾ ਮਝਾਰੇ। ਕਰ ਕਰ ਨਮੋ ਸੋ ਦਰਸ਼ ਨਿਹਾਰੇ। ਨਮਸਕਾਰ ਕਰ ਕਰਕੇ, ਦਰਸ਼ਨ ਕਰ ਕਰਕੇ ਆਪਣੀ ਆਪਣੀ ਥਾਂ ਤੇ ਜਾਈ ਜਾਂਦੇ ਸਾਰੇ। ਹਾਂਜੀ, ਪੁਰ ਕੇ ਪੰਚ ਜੇ ਨਰ ਪ੍ਰਧਾਨ। ਕੀਰਤਪੁਰ ਸਾਹਿਬ ਦੇ ਪੰਚ, ਸਰਪੰਚ, ਪ੍ਰਧਾਨ ਪੁਰਸ਼ ਸਾਰੇ ਪਹੁੰਚੇ। ਅੰਮ੍ਰਿਤਸਰ ਤੋਂ ਵੀ ਸੰਗਤਾਂ ਗਈਆਂ ਸੀਗੀਆਂ ਜੀ। ਸਰਬ ਹਕਾਰੇ ਕਰ ਸਨਮਾਨ। ਮਹਾਰਾਜ ਨੇ ਸਾਰਿਆਂ ਨੂੰ ਸੱਦਿਆ ਜੀ। ਕੰਮ ਹੀ ਬੜਾ ਵੱਡਾ ਕਰਨਾ ਨਾ ਜੀ ਅੱਜ। ਹਾਂਜੀ, ਸੁੰਦਰ ਪਰਮਾਨੰਦ ਆਨੰਦਤ। ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਉਹ ਵੀ ਬੜੇ ਮਹਾਰਾਜ ਜੀ ਦੇ ਚਰਨਾਂ ਦੇ ਪਿਆਰੇ।
ਬੈਠੇ ਆਏ ਗੁਰੂ ਕੋ ਬੰਦਤ। ਆਏ ਹਨ, ਬੈਠੇ ਹਨ ਤੇ ਮਹਾਰਾਜ ਦੇ ਚਰਨਾਂ ਵਿੱਚ ਸੱਜ ਗਏ ਜੀ। ਹਾਂਜੀ, ਚੋਬਦਾਰ ਲੈ ਕੰਚਨ ਆਸੇ। ਸੋਨੇ ਦੀਆਂ ਚੋਭਾਂ ਲੈ ਕੇ ਚੋਬਦਾਰ ਖਲੋ ਗਏ ਜੀ ਸਾਹਮਣੇ। ਜੇ ਇਹ ਦਰਬਾਰ ਜਦੋਂ ਲੱਗਦਾ ਜੀ, ਇਹ ਦਰਬਾਰ ਲੱਗਣ ਦਾ ਤਰੀਕਾ ਚੰਦੋਆ ਲੱਗੇ, ਚੌਰ ਸਭ ਹੋਵੇ, ਸੂਰਜਮੁਖੀ ਪੱਖੇ ਵਾਲੇ ਹੋਣ, ਚੋਬਦਾਰ ਹੋਣ, ਇਹ ਦਰਬਾਰ ਦੀਆਂ ਨਿਸ਼ਾਨੀਆਂ ਨੇ ਸਾਧ ਸੰਗਤ ਜੀ। ਹਾਂਜੀ, ਖਰੇ ਭਏ ਗਨ ਅਗਰੇ ਪਾਸੇ। ਉਹ ਅਗਲੇ ਪਾਸੇ ਸਾਧ ਸੰਗਤ ਜੀ ਦਰਬਾਰ ਵਾਲੇ ਖਲੋ ਗਏ। ਚਾਹੋਂ ਦਿਸ਼ ਮਹਿ ਦੀਵਾਨ ਭਰ ਗਇਓ। ਚਾਰੇ ਪਾਸੇ ਤੋਂ ਸੰਗਤਾਂ ਭਰ ਗਈਆਂ। 1 ਲੱਖ ਦਾ ਇਕੱਠ ਹੋਏਗਾ ਜੀ ਘੱਟੋ ਘੱਟ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤਾਂ ਸਦੀਆਂ ਹੀ ਬਹੁਤ ਵਾਧੀ ਹੋਏਗੀ ਸੰਗਤ। ਚਾਰੇ ਪਾਸੇ ਭਰ ਗਿਆ ਦੀਵਾਨ ਜੀ ਸਾਰਾ ਜੀ। ਹਾਂਜੀ, ਸਭ ਸਮਾਜ ਤੇ ਆਵਤ ਭਇਓ। ਸਾਰਾ ਸਮਾਜ ਭਾਵ ਜਿੰਨੇ ਲੋਕ ਸਨ, ਕੋਈ ਵੀ ਆਪਣੇ ਘਰ ਨਹੀਂ ਰਿਹਾ ਜੀ। ਸਾਰੇ ਮਹਾਰਾਜ ਦੇ ਚਰਨਾਂ ਚ ਆਏ ਜੀ। ਹਾਂਜੀ, ਸ਼ਬਦ ਰਬਾਬੀ ਇੱਕ ਦਿਸ਼ ਗਾਵੇ। ਤੇ ਗੁਰੂ ਕੇ ਰਬਾਬੀ ਸਿੱਖ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਮਹਿਮਾ ਵਾਲੀ ਬਾਣੀ ਪੜ੍ਹ ਰਹੇ ਹਨ। ਚਾਰਨ ਪਾਟ ਕਬਿਤ ਸੁਣਾਵੇ। ਫਿਰ ਭੱਟਾਂ ਦੀ ਵਾਰੀ ਆਈ ਜੀ। ਉਹਨਾਂ ਨੇ ਵੀ ਸਵਈਏ ਸੁਣਾਏ, ਕਬਿਤ ਸੁਣਾਏ। ਹਾਂਜੀ, ਤੀਨੋਂ ਪੁੱਤਰ ਬਿਠਾਏ ਤੀਰ। ਆਪਣੇ ਲਾਗੇ ਪਾਸੇ ਗੁਰੂ ਜੀ ਨੇ ਆਪਣੇ 3 ਪੁੱਤ ਬਿਠਾਏ ਜੀ। ਬਾਬਾ ਜੀ ਬਾਬਾ ਸੂਰਜਮਲ ਜੀ, ਬਾਬਾ ਜੀ ਬਾਬਾ ਅਣੀ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਜਿਹੜੇ ਅਜੇ ਪੁੱਤਰ ਦੇ ਰੂਪ ਵਿੱਚ ਵਿਚਰ ਰਹੇ ਨੇ। ਹਾਂਜੀ, ਸ਼੍ਰੀ ਗੁਰ ਹਰਗੋਬਿੰਦ ਬਰ ਵੀਰ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਵੱਡੇ ਸੂਰਮੇ ਹਨ, ਯੋਧੇ ਹਨ। ਦਲ ਭੰਜਨ ਗੁਰ ਵੱਡ ਜੋਧਾ, ਬਹੁ ਪਰ ਉਪਕਾਰੀ। ਸੱਚੇ ਪਾਤਸ਼ਾਹ ਜੀ ਨੇ 3 ਪੁੱਤ ਆਪਣੇ ਲਾਗੇ ਬਿਠਾਏ ਹਨ। ਹਾਂਜੀ, ਪੈਸੇ ਪੰਚ ਨਾਲਿਅਰ ਏਕ। ਕੀਰਤਨ ਦੀ ਸੰਪੂਰਨਤਾ ਹੋਈ। ਭੱਟਾਂ ਨੇ ਜਸ ਗਾ ਲਿਆ। ਗੁਰੂ ਦਾ ਦੀਵਾਨ ਖਚਾ ਖਚ ਸੰਗਤ ਨਾਲ ਭਰਿਆ ਪਿਆ। ਸਾਰੀਆਂ ਸੰਗਤਾਂ ਹੈਰਾਨ ਹਨ ਵੀ ਮਹਾਰਾਜ ਸਾਨੂੰ ਕਿਉਂ ਸੱਦਿਆ ਜੀ। ਕੁਝ ਕਮਾਈ ਵਾਲੇ ਗੁਰਸਿੱਖਾਂ ਨੂੰ ਕਾਰਨ ਦਾ ਪਤਾ ਹੈ, ਬਾਕੀਆਂ ਨੂੰ ਨਹੀਂ ਪਤਾ ਜੀ। ਸੱਚੇ ਪਾਤਸ਼ਾਹ ਮਹਾਰਾਜ ਉੱਠੇ ਜੀ। ਜਿੱਥੇ ਆਪ ਬੈਠਦੇ ਆ ਨਾ, ਉੱਥੇ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਿਠਾਇਆ ਜੀ। ਆਖੋ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖ ਤੇ ਉਰੋਂ ਚੰਗੀ ਤਰ੍ਹਾਂ ਦਾੜਾ ਨਹੀਂ ਸੀ ਫੁੱਟਿਆ ਜੀ ਅਜੇ ਜੀ। ਦਾੜਾ ਆ ਰਿਹਾ ਸੀਗਾ ਮੁਖ ਤੇ ਜੀ। 17 ਕੁ ਸਾਲ ਦੀ ਉਮਰ। ਕਈ ਵਿਦਵਾਨ ਗੁਰਮੁਖ ਪਿਆਰੇ ਦੱਸਦੇ ਆ, ਬੜੇ ਵਿਦਵਾਨਾਂ ਦੀ ਵੱਖ ਵੱਖ ਰਾਏ ਆ, ਰਹੋ ਵਿਚਾਰ। ਪੋਤਰੇ ਨੂੰ ਬਿਠਾਇਆ ਜੀ। ਹਾਂਜੀ, ਕਹਿ ਮਗਵਾਇਓ ਜਲਦ ਬਿਬੇਕ। ਮਹਾਰਾਜ ਨੇ ਨਾਰੀਅਲ ਮੰਗਵਾਇਆ ਤੇ 5 ਪੈਸੇ ਮੰਗਵਾਏ ਜੀ। ਨਾਰੀਅਲ ਇਹ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਦਿੱਤਾ ਗਿਆ, ਗੁਰੂ ਅਮਰਦਾਸ ਜੀ ਨੂੰ ਵੀ ਦਿੱਤਾ ਜੀ। ਹਾਂਜੀ, ਹਾਂਜੀ, ਸਾਹਿਬ ਭਾਨੇ। ਸਾਹਿਬ ਭਾਨੇ ਸਭ ਵਿਦ ਜਾਨੀ। ਤੇ ਬਾਬਾ ਭਾਨਾ ਜੀ ਨੇ ਜਾਣ ਲਿਆ ਜੀ, ਬਾਬਾ ਬੁੱਢਾ ਜੀ ਦੇ ਸਪੁੱਤਰ, ਵੀ ਅੱਜ 6ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਦੇਣੀ ਹੈ। ਕਿਉਂਕਿ ਮਹਾਰਾਜ ਇਸ਼ਾਰੇ 'ਚ ਕਈ ਦਿਨ ਹੋ ਗਏ ਬਚਨ ਕਰਦੇ ਸੀਗੇ ਜੀ। ਹਾਂਜੀ, ਪਠਿਓ ਦਾਸ ਤਿਆਰੀ ਨਿਜ ਠਾਨੀ। ਉਹਨਾਂ ਆਪਣੀ ਤਿਆਰੀ ਕੀਤੀ ਜੀ। ਆਪਣਾ ਸੇਵਕ ਭੇਜਿਆ ਇੱਕ, ਵੀ ਛੇਤੀ ਨਾਲ ਤਿਆਰੀ ਕਰੋ। ਉਹਨਾਂ ਨੇ ਕਾਹਦੀ ਤਿਆਰੀ ਕਰਨੀ ਜੀ, ਸੁਣਿਓ। ਕੇਸਰ ਚੰਦਨ ਕੋ ਕਸਵਾਏ। ਕੇਸਰ ਤੇ ਚੰਦਨ ਨੂੰ ਕਸਵਾਇਆ ਜੀ ਉਹਨਾਂ ਨੇ ਜੀ, ਰਗੜਾਇਆ ਜੀ। ਹਾਂਜੀ, ਕਲਗੀ ਜਿਗਾ ਲਈ ਮੰਗਵਾਏ। ਇੱਕ ਸੋਹਣੀ ਕਲਗੀ ਤੇ ਇੱਕ ਜਿਗਾ ਉਹ ਮੰਗਵਾਈ। ਸ਼੍ਰੀ ਹਰਗੋਬਿੰਦ ਦੇਖ ਬਖਾਨਾ। ਹਾਂਜੀ, ਉਠੋ ਪ੍ਰਥਮ ਅਬ ਸਾਹਿਬ ਭਾਨਾ। ਸਾਰੇ ਸਿੱਖ ਹੈਰਾਨ ਹਨ। ਮਹਾਰਾਜ ਨੇ ਆਪਣੀ ਜਗ੍ਹਾ ਦੇ ਉੱਤੇ ਆਪਣੇ ਪੋਤਰੇ ਨੂੰ ਬਿਠਾਇਆ ਜੀ। ਆਪਣੇ ਪੋਤਰੇ ਨੂੰ ਬਿਠਾਇਆ। ਵੇਖ ਲੋ, ਪੁੱਤ ਤਿੰਨੋਂ ਹੀ ਬੈਠੇ ਜੀ। ਇੱਥੋਂ ਪਤਾ ਲੱਗਦਾ ਇਹ ਦਾਤ ਧੁਰ ਦਰਗਾਹ ਦੀ ਹੈਗੀ ਹੈ। ਫਿਰ ਕਿਸੇ ਨੂੰ ਵੀ ਕੋਈ ਚੀਜ਼ ਮਿਲਦੀ ਹੈ ਨਾ, ਟਾਈਮ ਤੋਂ ਪਹਿਲਾਂ ਨਹੀਂ ਮਿਲਦੀ। ਜਦੋਂ ਟਾਈਮ ਆਉਂਦਾ ਉਦੋਂ ਹੀ ਮਿਲਦੀ ਹੈ। ਹੁਣ
ਗੁਰੂ ਤੇਗ ਬਹਾਦਰ ਸਾਹਿਬ ਬੈਠੇ ਆ, ਉਹ ਵੀ ਤਾਂ 9ਵੇਂ ਪਾਤਸ਼ਾਹ ਨੇ, ਪਰ ਪਹਿਲਾਂ ਗੱਦੀ ਪੋਤਰੇ ਨੂੰ ਮਿਲੀ ਜੀ। ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੂੰ ਗੱਦੀ ਮਿਲੀ, ਪਹਿਲਾਂ ਪੁੱਤਰ ਨੂੰ ਬਾਅਦ ਚੋਂ ਮਿਲੀ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਬਾ ਭਾਨਾ ਜੀ ਨੂੰ ਕਹਿਣ ਲੱਗੇ, ਉਠੋ ਪ੍ਰਥਮ ਅਬ ਸਾਹਿਬ ਭਾਨਾ। ਬਾਬਾ ਭਾਨਾ ਜੀ ਹੁਣ ਪਹਿਲਾਂ ਤੁਸੀਂ ਉਠੋ। ਇਮ ਕਹਿ ਆਪ ਉਠੇ ਗੁਰ ਪੂਰੇ। ਇਹ ਕਹਿ ਕੇ ਗਰੀਬ ਨਵਾਜ ਆਪ ਵੀ ਉੱਠੇ ਹਨ। ਹਾਂਜੀ, ਪੋਤਰ ਬਿਲੋਕਤ ਸ਼੍ਰੀ ਮੁਖ ਰੂਰੇ। ਆਪਣੇ ਪੋਤਰੇ ਦੇ ਪਵਿੱਤਰ ਮੁਖ ਵੱਲ ਵੇਖਿਆ ਮਹਾਰਾਜ ਨੇ। ਹਾਂਜੀ, ਤੀਨ ਪ੍ਰਦਛਨਾ ਫਿਰ ਕਰ ਦੀਨ। ਹਾਂਜੀ, ਪੈਸੇ ਪੰਜ ਨਾਲਿਅਰ ਲੀਨ। ਤੇ ਸਾਧ ਸੰਗਤ ਜੀ 5 ਪੈਸੇ ਤੇ ਨਾਰੀਅਲ ਅੱਗੇ ਰੱਖਿਆ ਜੀ। 5 ਪੈਸੇ ਤੇ ਨਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਅੱਗੇ ਰੱਖਿਆ ਸੀਗਾ ਜੀ। 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਤੇ 3 ਵਾਰੀ ਸਮਰੱਥ ਗੁਰੂ ਜੀ ਨੇ ਪਰਿਕਰਮਾ ਕੀਤੀ ਜੀ। ਇੱਕ ਫੇਰ ਪਰਿਕਰਮਾ ਕੀਤੀ, ਫੇਰ ਪਰਿਕਰਮਾ ਕੀਤੀ ਜੀ। ਹਾਂਜੀ, ਖਰੇ ਹੋਏ ਤਰ ਭੇਟ ਅਗਾਰੀ। ਖੜੇ ਹੋ ਕੇ 5 ਪੈਸੇ ਤੇ ਨਾਰੀਅਲ ਅੱਗੇ ਰੱਖੇ, ਹਾਥ ਜੋੜ ਕਰ ਬੰਧਨ ਧਾਰੀ। ਤੇ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਝੁਕਦਾ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਦੇ ਅੱਗੇ ਮੱਥਾ ਟੇਕ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਆਪਣੇ ਪੋਤਰੇ ਸਾਹਿਬ ਦੇ ਅੱਗੇ ਮੱਥਾ ਟੇਕ ਦਿੱਤਾ। ਪੁੰਨ ਸਾਹਿਬ ਭਾਨੇ ਕਹਿ ਟੀਕਾ। ਪੁੰਨ ਸਾਹਿਬ ਭਾਨੇ ਕੀ ਹੈ ਟੀਕਾ। ਫਿਰ ਸਾਧ ਸੰਗਤ ਜੀ ਬਾਬਾ ਭਾਨਾ ਸਾਹਿਬ ਜੀ ਨੇ ਮੱਥੇ ਤੇ ਟਿੱਕਾ ਲਾਇਆ ਜੀ। ਹਾਂਜੀ, ਕੀਨਸ ਕੁਲ ਸੋਡੀ ਮਹਿਨੀਕਾ। ਤੇ ਗੁਰੂ ਹਰ ਰਾਏ ਸਾਹਿਬ, ਹੁਣ ਤਾਂ ਆਪਾਂ ਕਹਿ ਹੀ ਸਕਦੇ ਹਾਂ, ਆਖੋ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ। ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਗੱਜ ਕੇ ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਮਹਾਰਾਜ ਨੇ 5 ਪੈਸੇ ਨਾਰੀਅਲ ਰੱਖਿਆ, ਪਰਿਕਰਮਾ ਕੀਤੀਆਂ 3 ਤੇ ਮੱਥਾ ਟੇਕਤਾ। ਤੇ ਬਾਬਾ ਭਾਨਾ ਜੀ ਨੇ ਵੀ ਸਾਧ ਸੰਗਤ ਜੀ ਫਿਰ ਟਿੱਕਾ ਕੀਤਾ ਤੇ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਤਿਲਕ ਲਾਇਆ ਤੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਕਰ ਦਿੱਤਾ। ਪੁਨ ਸਭ ਸੋ ਗੁਰ ਕਹੀ ਸੁਣਾਏ। ਹੁਣ ਮਹਾਰਾਜ ਆਪ ਖਲੋ ਕੇ 6ਵੇਂ ਪਾਤਸ਼ਾਹ ਨਾ ਦਰਸ਼ਨ ਕਰੋ। ਉਹ 7.5 ਫੁੱਟ ਉੱਚਾ ਕੱਦ, ਚਿਹਰਾ ਨੂਰ ਨਾਲ ਭਰਿਆ, ਸ਼ਾਹੀ ਪੋਸ਼ਾਕ ਪਾਈ, ਆਪ ਮੁਖੋਂ ਬੋਲਣ ਦੇ ਆ। ਸਾਰਿਆਂ ਨੂੰ ਕਿਹਾ ਮਮ ਸਮ ਅਬ ਜਾਨੋ ਹਰ ਰਾਏ। ਅੱਜ ਤੋਂ ਸਾਡੇ ਵਾਂਗ ਹੀ ਹਰ ਰਾਏ ਜੀ ਨੂੰ ਜਾਣਨਾ ਕਹਿਣ ਲੱਗੇ। ਸਾਡੇ ਵਾਂਗੂ ਹੀ ਜਾਣਨਾ। ਹਾਂਜੀ, ਸਗਲ ਮਸੰਦਨ ਪਿਖ ਸੁਣ ਬੈਨ। ਸਾਰੇ ਮਸੰਦਾਂ ਨੇ ਜਦੋਂ ਬਚਨ ਸੁਣੇ ਮਹਾਰਾਜ ਦੇ, ਵੇਖਿਆ ਵੀ ਇਹ ਤੇ ਗੁਰਤਾ ਗੱਦੀ ਦੇ ਦਿੱਤੀ ਜੀ। ਅਦਭੁਤ ਰਸ ਤੇ ਫੁਲਿਅਤ ਨੈਣ। ਅਦਭੁਤ ਰਸ ਵਿੱਚ ਨੈਣ ਖਿੜ ਗਏ ਜੀ ਉਹਨਾਂ ਦੇ ਜੀ। ਪਰ ਜਿੱਥੇ ਪੋਤਰੇ ਦੀ ਗਿਰਤਾ ਗੱਦੀ ਦੀ ਖੁਸ਼ੀ ਹੈ ਪਿਆਰਿਓ, ਇੱਕ ਕੰਮ ਸਾਰਿਆਂ ਦੇ ਧਿਆਨ ਚ ਆ ਗਿਆ। ਹਾਂਜੀ, ਦੇਹ ਅੰਤ ਗੁਰ ਕੋ ਪਹਿਚਾਨਿਓ। ਦੇਹ ਅੰਤ ਗੁਰ ਕੋ ਪਹਿਚਾਨਿਓ। ਆ ਗਿਆ ਵੀ ਇਹਦਾ ਮਤਲਬ ਇਹ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸਰੀਰ ਤਿਆਗ ਦੇਣਗੇ। ਹਾਂਜੀ, ਜਿਸ ਤੇ ਤਖਤ ਦੇਨ ਕੋ ਠਾਨਿਓ। ਇਸੇ ਕਰਕੇ ਤਖਤ ਦਿੱਤਾ ਆਪਣੇ ਪੋਤਰੇ ਨੂੰ।
ਹਾਂਜੀ, ਪਰਮੇਸ਼ਰ ਕੀ ਅਚਰਜ ਬਾਤ। ਵੇਖੋ ਪਰਮੇਸ਼ਰ ਦੀ ਅਚਰਜ ਖੇਡ ਹੋਈ ਹੈ। ਹਾਂਜੀ, ਦੇਖੋ ਕਹਾਂ ਭਈ ਬਖਿਆਤ। ਵੇਖੋ ਪਰਮੇਸ਼ਰ ਦੀ ਖੇਡ ਕਿਵੇਂ ਪ੍ਰਗਟ ਹੋਈ ਹੈ। ਸੰਗਤਾਂ ਗੱਲਾਂ ਕਰ ਰਹੀਆਂ, ਬਚਨ ਕਰ ਰਹੀਆਂ। ਹਾਂਜੀ, ਗੁਰ ਤਾ ਉਚਿਤੈ ਸ੍ਰੀ ਗੁਰ ਦਿੱਤਾ। ਆਪਸ ਚ ਸੰਗਤਾਂ ਬਚਨ ਕਰਨ ਲੱਗ ਪਈਆਂ ਨਾ ਵੀ ਗੁਰਤਾ ਗੱਦੀ ਦੇ ਉਚਿਤ ਸਨ ਬਾਬਾ ਗੁਰਦਿੱਤਾ ਜੀ। ਬਾਬਾ ਜੀ ਨੂੰ ਗੱਦੀ ਮਿਲਣੀ ਚਾਹੀਦੀ ਸੀਗੀ। ਹਾਂਜੀ, ਪ੍ਰਥਮ ਪ੍ਰਲੋਕ ਪੰਥ ਕੋ ਲਿਤਾ। ਪਰ ਬਾਬਾ ਗੁਰਦਿੱਤਾ ਜੀ ਤੇ ਪਹਿਲਾਂ ਹੀ ਪਰਲੋਕ ਦੇ ਰਾਹ ਪੈ ਗਏ। ਹਾਂਜੀ, ਵੱਡ ਪੋਤਰੇ ਕੀ ਨਸਕ੍ਰਿਤ ਖੋਟੇ। ਤੇ ਬਾਬਾ ਗੁਰਦਿੱਤਾ ਦੇ ਵੱਡੇ ਪੁੱਤਰ ਨੇ ਖੋਟਾ ਕਰਮ ਕੀਤਾ। ਹਾਂਜੀ, ਮਾਲਕ ਤਖਤ ਸਬਨ ਤੇ ਛੋਟੇ। ਤੇ ਜਿਹੜੇ ਉਮਰ 'ਚ ਸਭ ਤੋਂ ਛੋਟੇ ਨੇ ਮਹਾਰਾਜ ਨੇ ਉਹਨਾਂ ਨੂੰ ਤਖਤ ਦਾ ਮਾਲਕ ਬਣਾ ਦਿੱਤਾ ਜੀ। ਆਖੋ ਵਾਹਿਗੁਰੂ। ਜਿਹੜੇ ਉਮਰ 'ਚ ਸਭ ਤੋਂ ਛੋਟੇ ਨੇ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕਰ ਦਿੱਤੀ ਜੀ। ਤੀਨੋਂ ਸੁਤ ਟਿਗ ਬੈਠੇ ਰਹੇ। ਅਜੇ ਕੀ 3 ਪੁੱਤ ਵੀ ਤੇ ਲਾਗੇ ਬੈਠੇ ਆ, ਉਹਨਾਂ ਨੂੰ ਵੀ ਗੁਰਤਾ ਗੱਦੀ ਮਹਾਰਾਜ ਦੇ ਸਕਦੇ ਆ। ਪਰ ਸਿੱਖ ਸੰਗਤਾਂ ਬਚਨ ਕਰਦੀਆਂ ਵੀ ਜਿਹੜਾ ਉਮਰ 'ਚ ਸਭ ਤੋਂ ਛੋਟਾ ਉਹਨੂੰ ਗੱਦੀ ਤੇ ਬਿਠਾਤਾ। ਹਾਂਜੀ, ਸ਼੍ਰੀ ਹਰਿ ਰਾਏ ਪਰਮ ਪਦ ਲਹੇ। ਤੇ ਹਰ ਰਾਏ ਜਿਹਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ, ਮਹਾਨ ਪਦਵੀ ਗੁਰਤਾ ਗੱਦੀ ਦੀ ਪਦਵੀ ਦੀ ਪ੍ਰਾਪਤੀ ਹਰ ਰਾਏ ਜਿਹਨੂੰ ਹੋ ਗਈ ਹੈ। ਹਾਂਜੀ, ਇਮ ਕਹਿ ਸਕਲ ਮਸੰਦ ਸੋ ਸੰਗਤ। ਉਠੇ ਸੋ ਭੇਟ ਦੇਨ ਤਜ ਪੰਗਤ। ਤੇ ਸਾਧ ਸੰਗਤ ਜੀ ਇਹ ਕਹਿ ਕੇ ਫਿਰ ਸੰਗਤਾਂ ਉਠੀਆਂ, ਲਾਈਨਾਂ 'ਚ ਲੱਗ ਗਈਆਂ ਵੀ 7ਵੇਂ ਪਾਤਸ਼ਾਹ ਨੂੰ ਮੱਥਾ ਟੇਕਣਾ ਹੈ। ਜਿਹੜੇ ਨਵੇਂ ਗੁਰੂ ਬਣੇ ਆਪਸ 'ਚ ਗੱਲਾਂ ਤੇ ਇਦਾਂ ਹੀ ਕਰਦੇ ਜੀ। ਉਹਨਾਂ ਨੂੰ ਮੱਥਾ ਟੇਕੀਏ। ਕੀਨ ਤਿਲਕ ਕੇਸਰ ਬਰ ਚੰਦਨ। ਸੋ ਕੇਸਰ ਦਾ ਟਿੱਕਾ ਜਿਹੜਾ ਉਹ ਬਾਬਾ ਭਾਨਾ ਸਾਹਿਬ ਜੀ ਨੇ ਲਾਇਆ। ਹਾਥ ਜੋੜ ਕਰ ਠਾਨੀ ਬੰਦਨ। ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਹਰਿ ਰਾਏ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਆ, ਪਹਿਲਾ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਦੂਸਰਾ ਮੱਥਾ ਟੇਕਿਆ ਸਿੱਖਾਂ ਵਿੱਚੋਂ ਬਾਬਾ ਭਾਨਾ ਜੀ ਨੇ। ਤੇ ਸਿੱਖਾਂ ਚੋਂ ਪਹਿਲਾ ਬਾਬਾ ਭਾਨਾ ਜੀ ਦਾ ਹੋ ਗਿਆ। ਮਹਾਰਾਜ ਤੇ ਗੁਰੂ ਨੇ ਨਾ, ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਪ੍ਰਥਮ ਉਪਾਇਨ ਸਾਹਿਬ ਭਾਨਾ। ਸੋ ਸਭ ਤੋਂ ਪਹਿਲੀ ਭੇਟ ਵੀ, ਤੋਹਫਾ ਵੀ ਜੇ ਕਿਸੇ ਨੇ ਦਿੱਤਾ, ਭੇਟਾ ਵੀ ਦਿੱਤੀ, ਉਹ ਬਾਬਾ ਭਾਨਾ ਜੀ ਨੇ ਦਿੱਤੀ। ਕੀ ਦਿੱਤੀ? ਹੀਰੇ ਜੜਤੀ ਜਿਗਾ ਮਹਾਨਾ। ਇੱਕ ਜਿਗਾ ਦਿੱਤੀ ਜਿਹਨੂੰ ਹੀਰੇ ਲੱਗੇ ਹੋਏ ਹੈਗੇ ਜੀ। ਹਾਂਜੀ, ਮੁਕਤਾ ਗੁਸ਼ਨ ਕਲਗੀ ਸੰਗ। ਫਿਰ ਇੱਕ ਕਲਗੀ ਦਿੱਤੀ ਸਾਧ ਸੰਗਤ ਜੀ, ਜਿਹਦੇ ਇੱਕ ਪਾਸੇ ਮੋਤੀਆਂ ਦਾ ਗੁੱਛਾ ਲਮਕਦਾ ਸੀਗਾ ਜੀ। ਹਾਂਜੀ, ਧਰੀ ਸੀਸ ਪਰ ਦਿਪਤ ਉਤੰਗ। ਉਸੇ ਵੇਲੇ ਦਸਤਾਰ ਦੇ ਉੱਤੇ ਸਜਾ ਦਿੱਤੀ ਜੀ ਬਾਬਾ ਭਾਨਾ ਜੀ ਨੇ। ਪਹਿਲਾਂ ਨਹੀਂ ਸੀ ਕਲਗੀ ਲਾਈ ਹਰਿ ਰਾਏ ਸਾਹਿਬ ਜੀ ਨੇ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਜੇ ਕਲਗੀ ਕਿਸੇ ਨੇ ਲਾਈ ਤੇ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਭਾਨਾ ਜੀ ਨੇ ਲਾਈ। ਕਲਗੀ ਸਜਾ ਦਿੱਤੀ ਜੀ। ਹਾਂਜੀ, ਚੰਚਲ ਬਾਜੀ ਬਾਜ ਵਿਸਾਲਾ। ਇੱਕ ਚੰਚਲ ਘੋੜਾ, ਚੰਚਲ ਬਾਜੀ, ਬਾਜ ਵਿਸ਼ਾਲਾ, ਇੱਕ ਬਾਜ ਵੀ ਨਾਲ ਦਿੱਤਾ ਜੀ। ਹਾਂਜੀ, ਅਰਪਨ ਕਰਤ ਭਇਓ ਤਤਕਾਲਾ। ਸੋ ਜਿਗਾ, ਕਲਗੀ, ਘੋੜਾ, ਬਾਜ, ਇਹ ਸਾਰਾ ਕੁਝ ਬਾਬਾ ਭਾਨਾ ਜੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਭੇਟ ਕੀਤਾ। ਬ੍ਰਿੰਦ ਮਸੰਦ ਬਿਲੋਕਨ ਕੀਨ। ਸਾਰੇ ਮਸੰਦਾਂ ਨੇ ਜਦੋਂ ਵੇਖਿਆ, ਪਤਾ ਹੀ ਨਹੀਂ ਲੱਗਾ ਮਹਾਰਾਜ ਨੇ ਗੁਰਤਾ ਗੱਦੀ ਵੀ ਦੇ ਦਿੱਤੀ ਜੀ। ਹਾਂਜੀ, ਜਥਾ ਜੋਗ ਭੇਟਣ ਸਭ ਦੀਨ। ਸੋ ਜਿਹਦੇ ਕੋ ਜੋ ਸੀਗਾ ਸਾਧ ਸੰਗਤ ਜੀ, ਉਹਨੇ ਹਰਿ ਰਾਏ ਸਾਹਿਬ ਜੀ ਨੂੰ ਦਿੱਤਾ, ਗੁਰੂ ਹਰਿ ਰਾਏ ਸਾਹਿਬ ਜੀ ਨੂੰ ਦਿੱਤਾ। ਤਿਸ ਛਿਨ ਸ਼੍ਰੀ ਹਰਿ ਰਾਏ ਅਗਾਰੀ। ਉਸ ਸਮੇਂ ਲਾਈਨ ਲੱਗ ਗਈ ਮੱਥਾ ਟੇਕਣ ਵਾਲਿਆਂ ਦੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਲੱਗੇ ਅੰਬਾਰ ਸੋ ਵਸਤ ਉਦਾਰੀ। ਤੇ ਪੇਟਾਵਾਂ ਦੇ ਢੇਰ ਲੱਗ ਗਏ ਜੀ।
ਢੇਰ ਲੱਗ ਗਏ। ਰਾਏ ਜੋਧ ਤਵ ਪੰਚ ਤੁਰੰਗ। ਰਾਏ ਜੋਧ ਨੇ ਵੀ ਮੱਥਾ ਟੇਕਿਆ ਤੇ ਉਹ ਰਾਜਾ ਹੀਗਾ। ਰਾਜੇ ਨੇ ਆਪਣੇ ਤਰੀਕੇ ਦੀ ਭੇਟਾ ਦੇਣੀ ਹੁੰਦੀ ਜੀ। 5 ਘੋੜੇ ਉਹਨੇ ਭੇਟਾ ਕੀਤੇ ਮਹਾਰਾਜ ਨੂੰ ਜੀ। ਹਾਂਜੀ। ਦਈ ਵਸਤ ਅਰ ਕੁਛ ਧਨ ਸੰਗ। ਹੋਰ ਵੀ ਵਸਤੂਆਂ ਦਿੱਤੀਆਂ, ਮਾਇਆ ਵੀ ਭੇਟ ਕੀਤੀ ਜੀ। ਭਗਤੂ ਬਹਿਲੋ ਰੂਪਾ ਆਦ। ਭਾਈ ਭਗਤੂ ਜੀ, ਭਾਈ ਬਹਿਲੋ ਜੀ, ਭਾਈ ਰੂਪਾ ਜੀ। ਗੁਰ ਕ੍ਰਿਤ ਹੀਰ ਭਈ ਅਹਲਾਦ। ਉਹ ਵੀ ਖੁਸ਼ ਹੋਏ ਵੀ ਮਹਾਰਾਜ ਨੇ ਆਪਣੇ ਹੁੰਦਿਆਂ ਹੀ ਗੱਦੀ ਦੇ ਦਿੱਤੀ ਜੀ। ਹਾਂਜੀ। ਸਭ ਹਿਨ ਉੱਠ ਕਰ ਗਰੀਬ ਨਿਵਾਈ। ਤੇ ਸਾਰਿਆਂ ਨੇ ਉੱਠ ਕੇ ਮੱਥਾ ਟੇਕਿਆ ਤੇ ਆਪਾਂ ਵੀ ਸੁਰਤ ਕਰਕੇ ਚੱਲੀਏ ਕੀਰਤਪੁਰ ਸਾਹਿਬ। ਗੁਰੂ ਹਰ ਰਾਏ ਸਾਹਿਬ ਨਵੀਂ ਉਮਰ 'ਚ ਗੁਰਤਾ ਗੱਦੀ ਤੇ ਬੈਠੇ ਆ। ਕਲਗੀ ਵੀ ਲੱਗ ਗਈ ਹੈ, ਜਿਗਾ ਵੀ ਲੱਗ ਗਈ, ਦਸਤਾਰ ਵੀ ਸੱਜ ਗਿਆ ਤੇ ਟਿੱਕਾ ਵੀ ਲੱਗ ਗਿਆ ਤੇ ਅੱਗੇ 5 ਪੈਸੇ ਤੇ ਨਾਰੀਅਲ ਪਿਆ। ਸਾਰੇ ਮੱਥਾ ਟੇਕਣ ਦੇ ਤੇ ਤੁਸੀਂ ਵੀ ਟੇਕੋ ਤੇ ਆਖੋ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ। ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਸਿਮਰੋ ਸ੍ਰੀ ਹਰ ਰਾਏ, ਸਿਮਰੋ ਸ੍ਰੀ ਹਰ ਰਾਏ। ਅਰਪ ਉਪਾਇਨ ਕੋ ਸਮੁਦਾਈ, ਸਭ ਨੇ ਭੇਟਾਵਾਂ ਭੇਟ ਕੀਤੀਆਂ। ਸਭ ਹਿਨ ਗੁਰ ਕੀ ਆਗਿਆ ਮਾਨੇ। ਸਭ ਸਿੱਖਾਂ ਨੇ ਸਤਿਗੁਰੂ ਜੀ ਦੀ ਆਗਿਆ ਮੰਨੀ। ਸ਼੍ਰੀ ਹਰ ਰਾਏ ਗੁਰੂ ਸਮ ਜਾਣੇ। ਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਾਬਰ ਹੀ ਸਮਝਿਆ ਜੀ। ਦਾਤ ਜੋਤ ਖਸਮੈ ਵਡਿਆਈ, ਇਹ ਤਾਂ ਰੱਬ ਦੇ ਘਰ ਦੀਆਂ ਦਾਤਾਂ ਨੇ। ਹਾਂਜੀ। ਤਤ ਛਿਨ ਜੋਤ ਦਿਪੀ ਅਧਿਕਾਈ। ਉਸੇ ਵੇਲੇ ਸਾਧ ਸੰਗਤ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਗ ਗਈ ਜੀ। ਗੁਰਤਾ ਗੱਦੀ ਦੇ ਮਾਲਕ ਬਣੇ ਨਾ, ਉਹ ਜੋਤ ਪ੍ਰਕਾਸ਼ ਹੋ ਗਈ ਜੀ ਅੰਦਰ। ਜਿਹੜੀ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਹੈ ਜੀ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਵੀ ਇਹ ਕਹਿੰਦੇ ਆ, ਕਾਇਆ ਹੀ ਪਲਟੀ ਹੈ, ਜੋਤ ਵਿੱਚ ਰੱਖ ਦਿੱਤੀ ਹੈ। ਜੋਤ ਉਹੀ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜੋਤ ਵੀ ਉਹ ਹੈ, ਜੁਗਤ ਵੀ ਉਹੋ ਹੀ ਹੈ। ਤੇ ਸਾਧ ਸੰਗਤ ਜੀ ਬਸ ਸਰੀਰ ਹੀ ਬਦਲਿਆ ਜੀ। ਹਾਂਜੀ। ਬਦਨ ਸਦਨ ਦੁਤ ਰਹਿਓ ਸੁਹਾਈ। ਕਹਿਣ ਲੱਗੇ ਉਸੇ ਵੇਲੇ ਮੁਖ ਜਿਹੜਾ ਹੈ ਨਾ ਉਹ ਹੋਰ ਦਾ ਹੀ ਹੋਰ ਹੋ ਗਿਆ ਜੀ। ਇਹਦੇ ਚ ਸ਼ੱਕ ਕੋਈ ਨਹੀਂ। ਚੰਗੀ ਖੁਰਾਕ ਖਾਧੀ ਹੋਵੇ ਨਾ ਕਿਸੇ ਨੇ, ਜਿਹੜਾ ਖਾਵੇ ਫਲ ਫਰੂਟ, ਖਾਵੇ ਦੇਸੀ ਘਿਓ, ਕਰੇ ਮਿਹਨਤ, ਖੁਰਾਕ ਖਾਧੀ ਹੋਵੇ ਤੇ ਚਿਹਰਾ ਲਹੂ ਲਹੂ ਕਰਦਾ, ਲਿਸ਼ਕਾਂ ਮਾਰਦਾ, ਪਤਾ ਲੱਗਦਾ ਵੀ ਇਹਨੇ ਖੁਰਾਕ ਖਾਧੀ ਹੈ। ਤੇ ਪਿਆਰਿਓ, ਜਦੋਂ ਕੋਈ ਸਿਮਰਨ ਦੀ ਕਮਾਈ ਕਰਦਾ, ਸਿਮਰਨ ਦੀ ਖੁਰਾਕ ਅੰਦਰ ਜਾਂਦੀ ਹੈ, ਉਦੋਂ ਵੀ ਫਿਰ ਚਿਹਰੇ ਤੋਂ ਪਤਾ ਲੱਗਦਾ ਹੈ ਵੀ ਇਹਦੇ ਅੰਦਰ ਕੁਛ ਖੇਡ ਬਣੀ ਹੈ। ਤੇ ਨਾਲ ਜਿਹਦੇ ਅੰਦਰ ਜੋਤ ਹੀ ਗੁਰੂ ਨਾਨਕ ਸਾਹਿਬ ਦੀ ਪ੍ਰਗਟ ਹੋ ਗਈ, ਫਿਰ ਉੱਥੇ ਤੇ ਚਿਹਰਾ ਫਿਰ ਚਿਹਰਾ ਨਹੀਂ ਨਾ ਰਹਿ ਜਾਂਦਾ। ਕਹਿੰਦੇ ਆ ਬਦਨ ਸਦਨ ਦੁਤ ਰਹਿਓ ਸੁਹਾਈ। ਗੁਰੂ ਹਰ ਰਾਏ ਸਾਹਿਬ ਦਾ ਮੁਖੜਾ ਉਸੇ ਵੇਲੇ ਵੱਡੀ ਸ਼ੋਭਾ ਵਾਲਾ ਬਣ ਗਿਆ ਜੀ। ਹਾਂਜੀ। ਅਤ ਸਮਰਥਤਾ ਪ੍ਰਾਪਤ ਭਈ। ਅਤ ਸਮਰਥਤਾ ਪ੍ਰਾਪਤ ਭਈ, ਉਸੇ ਵੇਲੇ ਵੱਡੀ ਸ਼ਕਤੀ ਜਿਹੜੀ ਆ ਉਹ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਆ ਗਈ ਆ ਜੀ। ਗੁਰਤਾ ਗੱਦੀ ਦੇ ਅੱਗੇ ਸਭ ਕੁਝ ਖਲੋਤਾ ਹੈ ਜੀ। ਰਿੱਧੀਆਂ ਸਿੱਧੀਆਂ ਕੁੱਲ ਜਹਾਨ ਦੀਆਂ ਸ਼ਕਤੀਆਂ ਗੁਰਤਾ ਗੱਦੀ ਅੱਗੇ ਖਲੋਤੀਆਂ। ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖਲੋਤੀਆਂ, ਮਹਾਰਾਜ ਦੱਸੋ ਕੀ ਹੁਕਮ ਹੈ।
ਹਾਂਜੀ ਹਤਨ ਤ੍ਰਿਲੋਕੀ ਅਰ ਉਪਜਈ। ਕਹਿੰਦੇ ਤਿੰਨਾਂ ਲੋਕਾਂ ਨੂੰ ਮਾਰਨ ਦੀ ਤੇ ਤਿੰਨਾਂ ਲੋਕਾਂ ਨੂੰ ਮਾਰ ਕੇ ਮੁੜ ਪੈਦਾ ਕਰਨ ਦੀ ਸ਼ਕਤੀ ਜਿਹੜੀ ਹੈ ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਅੰਦਰ ਆ ਗਈ ਜੀ। ਵੱਡੀ ਸ਼ਕਤੀ ਉਹਨਾਂ ਦੇ ਸਰੀਰ ਵਿੱਚ ਆ ਗਈ। ਇਮ ਦੇ ਕਰ ਗੁਰਤਾ ਵਡਿਆਈ। ਇਸ ਤਰੀਕੇ ਨਾਲ ਗੁਰਤਾ ਗੱਡੀ ਦੀ ਵੱਡੀ ਵਡਿਆਈ ਜਿਹੜੀ ਹੈ ਸ਼੍ਰੀ ਸਤਿਗੁਰੂ ਆਨੰਦ ਉਪਾਈ। ਉਹ ਆਪਣੇ ਪੋਤਰੇ ਨੂੰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਆਨੰਦ ਚ ਹੋ ਗਏ ਜੀ। ਹਾਂਜੀ ਸਭ ਮਸੰਦ ਅਰ ਸੰਗਤ ਵਿਖੈ। ਸਾਰੇ ਮਸੰਦਾਂ ਦੇ ਵਿੱਚ ਸੰਗਤਾਂ ਦੇ ਵਿੱਚ ਗੁਰੂ ਬਨਾਏ ਪੁੱਤਰ ਦਿਸ਼ ਪਿਖੈ। ਆਪਣੇ ਪੋਤਰੇ ਨੂੰ ਗੁਰੂ ਬਣਾ ਕੇ ਆਪਣੇ ਪੋਤਰੇ ਦੇ ਮੁਖ ਵੱਲ ਵੇਖਦੇ ਹਨ। ਸਾਧ ਸੰਗਤ ਜੀ ਅੱਗੇ ਜਾ ਕੇ ਬਚਨ ਆਉਣਗੇ। ਮਹਾਰਾਜ ਜੀ ਨੇ ਬਚਨ ਕਰਨੇ ਆ, ਤੁਸੀਂ 2200 ਘੋੜਸਵਾਰ ਸਦਾ ਹੀ ਰੱਖਣਾ। ਗੁਰੂ ਹਰਿਰਾਏ ਸਾਹਿਬ ਜੀ ਨਾਲ 2200 ਘੋੜਿਆਂ ਵਾਲੇ ਚੱਲਦੇ ਸਨ, ਪਰ ਜੰਗ ਨਹੀਂ ਕਰਨਾ ਕਦੀ। ਬਚਨ ਕਰਤੇ ਜੀ। ਹਾਂਜੀ ਕਿਰਪਾ ਕਰਤ ਬਹੁ ਪ੍ਰੇਮ ਉਪਾਵੈ। ਸਭ ਕੋ ਕਹਿ ਕਹਿ ਅਗਰ ਨਿਵਾਵੈ। ਸਾਰਿਆਂ ਨੂੰ ਮਾਰ ਕਹਿੰਦੇ ਮੱਥਾ ਟੇਕੋ। ਬਾਬਾ ਸੂਰਜਮਲ ਜੀ ਨੇ ਵੀ ਟੇਕਿਆ। ਵੇਖੋ ਭਤੀਜੇ ਲੱਗੇ ਨਾ ਜੀ ਬਾਬਾ ਸੂਰਜਮਲ ਜੀ ਦੇ, ਗੁਰੂ ਹਰਿਰਾਏ ਸਾਹਿਬ ਕੀ ਲੱਗੇ? ਭਤੀਜੇ ਲੱਗੇ ਜੀ। ਬਾਬਾ ਅਣੀ ਰਾਏ ਜੀ, ਤੇਗ ਬਹਾਦਰ ਸਾਹਿਬ ਜੀ, ਸਾਰਿਆਂ ਨੇ ਮੱਥਾ ਟੇਕਿਆ ਜੀ। ਹਾਂਜੀ ਪਾਟ ਨਕੀਬ ਸੋ ਜਸ ਕੋ ਕਹੈ। ਭੱਟ ਬੜਾ ਜਸ ਕਰਦੇ ਆ, ਬੜੀਆਂ ਸਿਫਤਾਂ ਕਰਦੇ ਹਨ। ਦਰਬ ਵਿਪੂਖਲ ਬਖਸ਼ਿਸ਼ ਲਹੈ। ਸੋ ਉਹਨਾਂ ਨੂੰ ਮਾਇਆ ਵੀ ਮਿਲਦੀ ਹੈ, ਬਖਸ਼ਿਸ਼ਾਂ ਵੀ ਮਿਲਦੀਆਂ ਹਨ। ਇਸ ਤਰੀਕੇ ਨਾਲ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਦਿੱਤੀ। ਕੁਝ ਸਿੱਖ ਬਚਨ ਕਰਦੇ ਆ ਵੀ 3 ਪੁੱਤਰ ਵੀ ਹੈਗੇ ਸੀ, ਪਰ ਮਹਾਰਾਜ ਨੇ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਗੱਦੀ ਕਿਉਂ ਦਿੱਤੀ ਹੈ? ਆਖੋ ਵਾਹਿਗੁਰੂ। ਇਹ ਵੀ ਸਾਧ ਸੰਗਤ ਜੀ ਪਹਿਲਾਂ ਹੀ ਬਚਨ ਹੋ ਚੁੱਕੇ ਸਨ ਗੁਰੂ ਅਮਰਦਾਸ ਜੀ ਦੇ। ਜਦੋਂ ਬੀਬੀ ਭਾਨੀ ਜੀ ਨੇ ਬੜੀ ਸੇਵਾ ਕੀਤੀ ਨਾ, ਤੇ ਮਹਾਰਾਜ ਬੀਬੀ ਭਾਨੀ ਜੀ ਨੂੰ ਕਹਿਣ ਲੱਗੇ ਵੀ ਭਾਨੀਏ ਕੁਝ ਮੰਗ ਲੈ। ਤੇ ਬੀਬੀ ਭਾਨੀ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਗੱਦੀ ਫਿਰ ਘਰ ਦੀ ਘਰ ਵਿੱਚ ਹੀ ਰਵੇ। ਮਹਾਰਾਜ ਕਹਿਣ ਲੱਗੇ ਵੀ ਇਹ ਤੁਸੀਂ ਕਿਹੜਾ ਬਚਨ ਕਹਿਤਾ? ਹੁਣ ਤੁਹਾਨੂੰ ਬਚਨ ਤੇ ਦੇਣਾ ਹੀ ਸੀ, ਵਰਤ ਦੇਣਾ ਤੁਹਾਨੂੰ ਕਿਹਾ, ਪਰ ਤੁਸੀਂ ਵਗਦੇ ਦਰਿਆ ਨੂੰ ਬੰਨ ਪਾਤਾ। ਤੇ ਜਦੋਂ ਦਰਿਆ ਨੂੰ ਬੰਨ ਪਾ ਦਈਏ ਨਾ, ਫਿਰ ਉਹਦੇ ਚ ਉਪਦਰਵ ਵੀ ਹੁੰਦੇ ਆ। ਹੁਣ ਰਹੇਗੀ ਤੇ ਘਰ ਵਿੱਚ ਹੀ ਗੁਰਤਾ ਗੱਦੀ, ਪਰ ਮੁੜ ਘਿੜ ਕੇ ਆਏਗੀ। ਆਖੋ ਗੁਰੂ ਅਮਰਦਾਸ ਜੀ ਦਾ ਬਚਨ ਸੀ। ਗੱਦੀ ਰਵੇਗੀ ਘਰ ਵਿੱਚ ਹੀ, ਮੁੜ ਘਿੜ ਕੇ ਆਵੇਗੀ। ਮਹਾਰਾਜ ਮੁੜ ਘਿੜ ਕੇ ਦਾ ਕੀ ਭਾਵ ਹੈ? ਮਹਾਰਾਜ ਕਹਿੰਦੇ ਵੀ ਦਾਦੇ ਕੋਲੋਂ ਪੋਤਰੇ ਕੋਲ ਜਾਏਗੀ ਤੇ ਪੋਤਰੇ ਕੋਲੋਂ ਦਾਦੇ ਕੋਲ ਜਾਏਗੀ। ਦਾਦੇ ਕੋਲ, ਦਾਦੇ ਤੋਂ ਪੋਤਰੇ। ਹੁਣ ਦਾਦੇ ਦੀ ਚੀਜ਼ ਪੋਤਰੇ ਨੂੰ ਨਹੀਂ ਮਿਲਦੀ। ਤੇ ਚਲੋ ਕਈ ਵਾਰੀ ਮਿਲ ਵੀ ਜਾਵੇ ਤੇ ਪੋਤਰੇ ਦੀ ਚੀਜ਼ ਦਾਦੇ ਨੂੰ ਥੋੜੀ ਮਿਲਦੀ ਹੈ। ਮਹਾਰਾਜ ਕਹਿੰਦੇ ਮੁੜ ਘਿੜ ਕੇ ਰਹੇਗੀ, ਆਏਗੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੇ ਗੁਰੂ ਹਰਿਰਾਏ ਸਾਹਿਬ। ਆਖੋ ਦਾਦੇ ਕੋਲੋਂ ਪੋਤਰੇ ਕੋਲ ਆਈ, ਤੇ ਫਿਰ ਪੋਤਰੇ ਕੋਲੋਂ ਦਾਦੇ ਨੂੰ ਮਿਲਣੀ ਹੈ। ਉਹ ਕਿਵੇਂ? ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਣੀ ਹੈ। ਉਹ ਵੀ ਪੋਤਾ ਦਾਦਾ ਹੈ। ਸੋ ਮਹਾਰਾਜ ਜੀ ਦਾ ਬਚਨ ਸੀ, ਉਹ ਪੂਰਾ ਹੋਣਾ ਸੀਗਾ ਜੀ। ਤੇ ਸਮੇਂ ਦੀ ਗੱਲ ਹੈ, ਸਮੇਂ ਨਾਲ ਵਡਿਆਈ ਮਿਲਦੀ ਹੈ। ਸੋ ਅੱਗੋਂ ਕਥਾ ਕੱਲ ਨੂੰ ਆਪਾਂ ਸਰਵਣ ਕਰਾਂਗੇ। ਪਿਆਰ ਨਾਲ ਸਾਰੀਆਂ ਸੰਗਤਾਂ ਗੁਰਮੰਤਰ ਦਾ ਜਾਪ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ। ਜਪ ਵਾਹਿਗੁਰੂ।
ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਾ